ਚੋਣਾਂ ਆ ਗਈਆਂ। ਅੱਜ ਦਿਨ ਇਲੈਕਸ਼ਨ ਦਾ ਉਹ ਆ ਗਿਆ ਜਦੋਂ ਲੋਕਾਂ ਨੇ ਆਪਣੀ ਵੋਟ ਪਾ ਜਾਣੀ ਆ ਤੇ ਕਿਸਮਤ ਉਮੀਦਵਾਰਾਂ ਦੀ ਵੀ ਤੇ ਪੰਜਾਬ ਦੀ ਵੀ ਜਿਹੜੇ ਬਕਸਿਆਂ ਦੇ ਵਿੱਚ ਕੈਦ ਹੋ ਜਾਣੀ ਆ। ਕਿਵੇਂ ਦੇਖਦੇ ਹੋ ਇੱਕ ਸੂਝਵਾਨ ਵੋਟਰ ਨੂੰ ਕਿੱਦਾਂ ਵੋਟ ਕਰਨੀ ਚਾਹੀਦੀ? ਕਿ ਮਾਇਆ ਧਾਰੀਅਤ ਅੰਨ ਭੋਲਾ ਗੁਰ ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ। ਅੱਜ ਇਹ ਮਾਇਆ ਧਾਰੀ ਲੋਕ ਗੁਰੂ ਸਾਹਿਬ ਦੀ ਬਾਣੀ ਦੇ ਮੁਤਾਬਕ ਅੰਨੇ ਆ। ਪਰ ਹੁਣ ਮੈਂ ਕਹੂੰਗਾ ਕਿ ਜਿਹੜੇ ਵੋਟਰ ਆ ਉਹਨਾਂ ਨੂੰ ਅੰਨਿਆਂ ਚੋਂ ਕਾਣਾ ਚੁਣਨਾ ਪੈਣਾ। ਮੈਂ ਇਹ ਗੱਲ ਜ਼ਰੂਰ ਕਹੂੰਗਾ ਵੋਟਰਾਂ ਨੂੰ ਕਿ ਪਹਿਲੀ ਗੱਲ ਤਾਂ ਵੋਟ ਪਾਉਣ ਜ਼ਰੂਰ ਜਾਓ, ਭਾਵੇਂ ਕਿਸੇ ਦੀ ਵਿਆਹ ਸ਼ਾਦੀ ਆ, ਭਾਵੇਂ ਕੁਛ ਵੀ ਆ। ਇਹ ਇੱਕ ਅਹਿਮ ਫਰਜ਼ ਆ, ਤੁਸੀਂ ਕਿਸਮਤ ਲਿਖਣੀ ਆ ਪੰਜਾਬ ਦੀ। ਇਹ ਨਾ ਹੋਵੇ ਕਿ ਤੁਹਾਡੀ ਗੈਰ ਹਾਜ਼ਰੀ ਉੱਥੇ ਰੜਕਦੀ ਰਹੇ। ਸਾਰਿਆਂ ਦਾ ਸਾਡਾ ਇਹ ਫਰਜ਼ ਬਣਦਾ ਕਿ ਚੰਗੀ ਤਰ੍ਹਾਂ ਅਨੁਸ਼ਾਸਨ ਦੇ ਵਿੱਚ ਰਹਿ ਕੇ ਅਸੀਂ ਮਤਦਾਨ ਕਰੀਏ। ਪਿਛਲੇ ਦਿਨਾਂ ਦੇ ਦੌਰਾਨ ਬਹੁਤ ਸਾਰੇ ਲੋਕ ਜਿਹੜੇ ਚੋਣਾਂ ਦੇ ਵਿੱਚ ਲੋਕਾਂ ਨੂੰ ਇਹੀ ਸੰਦੇਸ਼ ਦਿੰਦੇ ਰਹੇ ਤੇ ਸੰਦੇਸ਼ ਦਿੰਦਿਆਂ ਵਿੱਚੋਂ ਦੀਪ ਸਿੱਧੂ ਹੋਰੀ ਆਪਣੀ ਜਿਹੜੀ ਹੈਗੀ ਆ ਜਾਨ ਵੀ ਗਵਾ ਗਏ। ਉਹਨਾਂ ਨੂੰ ਵੀ ਅਸੀਂ ਪੰਜਾਬੀ ਲੋਕ ਚੈਨਲ ਵੱਲੋਂ ਸ਼ਰਧਾਂਜਲੀ ਭੇਟ ਕਰਦੇ ਹਾਂ। ਮਤ ਤੁਸੀਂ ਤੇ ਤੁਹਾਡੀ ਮਤ ਦੋ ਬੰਦੇ ਆ, ਤੁਸੀਂ ਸਲਾਹ ਕਰੋ ਆਪਣੀ ਮਤ ਗੱਲ ਵੀ ਮੈਂ ਕਿਹਨੂੰ ਪਾਉਣਾ। ਜੇ ਅਸੀਂ ਇਹ ਕਹੀਏ ਵੀ ਉਹ ਤਾਂ ਉਹਨਾਂ ਹਾਰ ਜਾਣਾ ਹੈਗਾ, ਇਹ ਕੋਈ ਮੇਰਾ ਖਿਆਲ ਹੈ ਕਿ ਚੰਗੀ ਗੱਲ ਨਹੀਂ। ਇਹ ਲੋਕਤੰਤਰ ਦਾ ਘਾਣ ਆ। ਕਿਹੜਾ ਜਿਹੜਾ ਇਨਸਾਨ ਹੈਗਾ ਉਹ ਵਾਕਿਆ ਹੀ ਸਹੀ ਮਾਇਨਿਆਂ ਦੇ ਵਿੱਚ ਜਿਹੜਾ ਹੈਗਾ ਕੰਮ ਕਰ ਸਕਦਾ ਹੈ? ਹਵਾ ਜਿਹੜੀ ਹੈਗੀ ਆ ਮਤਲਬ ਕਿਹੜੇ ਪੈਮਾਨੇ ਨਾਲ ਸੋਚਣਾ ਚਾਹੀਦਾ, ਮਾਪਣਾ ਕਿੱਦਾਂ ਚਾਹੀਦਾ, ਕਿੱਦਾਂ ਮਾਪ ਸਕਦਾ? ਮੈਂ ਤਾਂ ਇਹ ਕਹਿੰਦਾ ਕਿ ਜਿਹੜਾ ਜਿੱਤ ਕੇ ਆ ਗਿਆ ਉਹਨੂੰ ਵੀ ਨਹੀਂ ਹਾਰ ਪਾਉਣਾ ਚਾਹੀਦਾ। ਹਾਰ ਉਹ ਉਦੋਂ ਪਵਾਵੇ ਜਦੋਂ 5 ਸਾਲ ਬਾਅਦ ਫਿਰ ਉਹ ਨਿਕਲੇ ਇਲਾਕੇ 'ਚ ਵੀ ਤੁਸੀਂ ਮੈਨੂੰ ਬਣਾਇਆ ਸੀ, ਅੱਜ ਦਾ ਹਾਰ ਤੁਹਾਨੂੰ ਪਾਉਣਾ ਚਾਹੀਦਾ। ਤੁਸੀਂ ਮੈਨੂੰ ਜਿਤਾਇਆ ਹੈ। ਹੁਣ 5 ਸਾਲ ਮੈਂ ਕੰਮ ਕਰੂੰਗਾ, ਫਿਰ ਮੈਂ ਤੁਹਾਡੇ ਵਿੱਚ ਜਾਊਂਗਾ, ਫਿਰ ਜੇ ਮੈਂ ਚੰਗਾ ਕੰਮ ਕਰਿਆ ਮੇਰੇ ਹਾਰ ਪਾਇਓ। ਦੇਖੋ ਇੱਕ ਠੇਕੇਦਾਰ ਨੂੰ ਅਸੀਂ ਮਕਾਨ ਬਣਾਉਣੇ ਵਾਸਤੇ ਲਿਆਉਂਦੇ ਆ, ਉਹਦਾ ਪੈਸੇ ਲੈ ਕੇ ਉਹਨਾਂ ਕੰਮ ਕਰਨਾ ਹੈ। ਪਰ ਜੇ ਮਾਲਕ ਵੇਸ ਵਾਲਾ ਹੋ ਜਾਵਾ ਤਾਂ ਠੇਕੇਦਾਰ ਨੇ ਸੁਆਹ ਢਾ ਦੇਣੀ ਤੁਹਾਡੇ ਮਕਾਨ ਦੀ, ਫਿਰ ਤੁਸੀਂ ਪਛਤਾਓਗੇ। ਇਸ ਕਰਕੇ ਜਿਹੜਾ ਠੇਕੇਦਾਰ ਤੁਸੀਂ ਅੱਜ ਚੁਣਨਾ ਹੈ, ਮੁੜ ਕੇ ਉਹਦੇ ਮਗਰ ਹੋ ਜਾਓ ਡੰਡਾ ਲੈ ਕੇ। 5 ਸਾਲ ਉਹਦੇ ਡੰਡੇ ਗੱਲ ਕੰਮ ਲਓ। ਠੀਕ ਹੈ, ਜੇ ਨੋਟਾ ਜਿੱਤ ਜਾਵੇ ਤਾਂ ਉਹਨਾਂ ਲੋਕਾਂ ਨੂੰ ਘੱਟੋ ਘੱਟ 10 ਸਾਲ ਵਾਸਤੇ ਕਿਸੇ ਚੋਣ ਲੜਨ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਉੱਥੇ ਦੁਬਾਰਾ ਵੋਟਾਂ ਪਾਓ। ਪਰ ਅੱਜ ਇਹਨਾਂ ਨੇ ਇਹ ਕਰਤਾ ਕਿ ਤੁਸੀਂ ਨੋਟਾਂ ਦਾ ਰੱਖਤਾ ਤੇ ਨੋਟਾਂ ਦੇ ਵਿੱਚ ਇਹ ਕਹਿਤਾ ਤੁਹਾਡੀ ਵੋਟ ਗਿਣੀ ਜਾਣੀ, ਮੈਂ ਨੋਟਾਂ ਨੂੰ ਇੰਨੀਆਂ ਵੋਟਾਂ ਪਈਆਂ ਹੈ, ਪਰ ਉਹਦਾ ਮਤਲਬ ਕੋਈ ਨਹੀਂ। ਇਹ ਐਂ ਲੱਗਦਾ ਹੈ ਕਿ ਜਿਵੇਂ ਬੱਸ ਸਟੈਂਡ ਦੇ ਵਿੱਚ ਨਾ ਕੋਈ ਬੱਸ ਕਪੂਰਥਲੇ ਨੂੰ ਜਾ ਰਹੀ ਆ, ਕੋਈ ਜਲੰਧਰ ਨੂੰ ਜਾ ਰਹੀ ਆ ਤੇ ਕਨੈਕਟਰ ਸੀਟੀਆਂ ਵੀ ਮਾਰ ਰਿਹਾ, ਆਵਾਜ਼ਾਂ ਮਾਰ ਰਿਹਾ ਵੀ ਚੜ੍ਹ ਜਾਓ। ਇੱਕ ਬੱਸ ਉੱਥੇ ਬਿਨਾਂ ਟਾਇਰਾਂ ਤੇ ਇੱਟਾਂ ਤੇ ਖੜਾਈ ਹੋਈ ਆ ਤੇ ਉਹਦੇ ਵਿੱਚ ਵੀ ਕਨੈਕਟਰ ਹੱਕਾ ਮਾਰ ਰਿਹਾ ਵੀ ਆ ਜਾਓ ਚੜ੍ਹ ਜਾਓ। ਜਦੋਂ ਚੜ੍ਹਦੇ ਆ ਲੋਕ ਬੈਠ ਜਾਂਦੇ ਆ, ਫਿਰ ਉਹ ਕਹਿੰਦਾ ਵੀ ਦੇਖੋ ਚੜ੍ਹ ਤਾਂ ਤੁਸੀਂ ਗਏ, ਬੈਠ ਗਏ, ਸੀਟਾਂ ਵਧੀਆ ਹੈ, ਪਰ ਇਹ ਜਾਣੀ ਕਿਤੇ ਨਹੀਂ, ਨੂੰ ਟਾਇਰੇ ਨਹੀਂ ਹੈਗੇ ਤੇ ਇੱਟਾਂ ਪਰ ਖੜੀ ਆ। ਉਹ ਬਸ ਨੋਟਾ ਹੈ, ਉਹ ਨੋਟਾ ਹੈ। ਵੋਟਰ ਇੰਨਾ ਕੁ ਅਵੇਅਰ ਹੋ ਜਾਵੇ, BNR ਦੇ ਦਫ਼ਤਰ ਜਾਵੇ, ਸਿੱਧਾ ਐਕਸੇ ਨੂੰ ਫੜੇ ਵੀ ਸਾਡੀ ਸੜਕ ਨੂੰ ਆ ਹੋ ਗਿਆ, ਕੱਢ ਕੇ ਦਿਖਾ ਸਾਨੂੰ, ਇਹ ਤਾਂ ਪੈਚ ਕਿਉਂ ਨਹੀਂ ਲਾਉਣਗੇ? ਇਹ ਕਦਲ ਹੋਣਾ ਨਹੀਂ ਵੀ ਕੱਲ੍ਹ ਨੂੰ ਅਸੀਂ ਆ ਗਏ ਡੰਡੇ ਲੈ ਕੇ ਤੇ ਪਾ ਕੇ ਵਿਧਾਇਕ ਨੂੰ ਫੜੇ ਵੀ ਤੈਨੂੰ ਬੰਦੇ ਦਾ ਪੁੱਤ ਬਣ ਗਿਆ, ਤੈਨੂੰ ਅਸੀਂ ਚੁਣਿਆ ਸੀ ਵੋਟਾਂ ਪਾ ਕੇ, ਤੇ ਰੂਲ ਲਾਗੂ ਕਰਾ। ਤੇ ਚੋਣ ਕਮਿਸ਼ਨ ਨੂੰ ਵੀ ਮੈਂ ਬੇਨਤੀ ਕਰਦਾ ਵੀ ਜਿਹੜੇ ਤੁਹਾਡੇ ਆਪਣੇ ਬਣਾਏ ਹੋਏ ਕਾਇਦੇ ਕਾਨੂੰਨ ਆ ਉਹ ਤਾਂ ਲਾਗੂ ਕਰਾ ਦਿਓ। ਉੱਥੇ ਠਾਲੋ ਜਿਹੜੇ ਉੱਥੇ 20 ਬੈਠੇ ਆ ਕੁਰਸੀਆਂ ਡਾਈ, ਉਹਨਾਂ ਦਾ ਕੀ ਮਤਲਬ ਆ? ਜਦੋਂ ਤੁਸੀਂ ਕਾਣੇ ਹੋਏ ਆ, ਜਦੋਂ ਤੁਸੀਂ 100 ਰੁਪਈਆ ਲੈ ਕੇ ਆ ਸ਼ਰਾਬ ਲੈ ਕੇ ਉਹਨੂੰ ਵੋਟ ਪਾਉਣੀ ਆ, ਉਦੋਂ ਬਾਅਦ ਥੋੜਾ ਹਜ਼ਾਰਾਂ ਦਾ ਕੰਮ ਉਹਨੇ ਨਹੀਂ ਕਰਨਾ, ਉਹਨੇ ਵੀ ਠੋਕ ਕੇ ਕਹਿਣਾ ਵੀ ਮੈਨੂੰ ਕਹਿਣੇ ਦੀ ਲੋੜ ਨਹੀਂ ਹੈਗੀ ਕਿਉਂਕਿ ਤੂੰ ਕੋਈ ਧਰਮਰਾਜ ਨਹੀਂ ਹੈਗਾ, ਤੈਂ ਮੇਰੇ ਤੇ ਪੈਸੇ ਲੈ ਕੇ ਵੋਟ ਪਾਈ ਤੀ। ਹੁਣ 5 ਸਾਲ ਅੱਖ ਨੀਵੀਂ ਕਰਕੇ ਮੇਰੇ ਕੋਲੋਂ ਲੰਘਣਾ। ਜੇ ਤੁਸੀਂ ਸ਼ਰਮਸ਼ਾਰ ਹੋ ਕੇ ਲੰਘਣਾ 5 ਸਾਲ, ਫਿਰ ਹੁਣ ਲੈ ਲਓ। ਜੇ ਤੁਸੀਂ 5 ਸਾਲ ਆਕੜ ਕੇ ਕੰਮ ਕਰਾਉਣਾ ਹੈ, ਰੱਬ ਬਣ ਕੇ ਕੰਮ ਕਰਾਉਣਾ ਹੈ, ਮਾਲਕ ਬਣ ਕੇ ਕੰਮ ਕਰਾਉਣਾ ਹੈ, ਫਿਰ ਤੁਸੀਂ ਅੱਜ ਨੌਕਰ ਨਾ ਬਣੋ, ਅੱਜ ਵੀ ਮਾਲਕ ਬਣੋ। ਸਤਿ ਸ਼੍ਰੀ ਅਕਾਲ, ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ। ਮੈਂ ਸਤਨਾਮ ਸਿੰਘ ਹਾਂ। ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਬੜੇ ਲੰਮੇ ਸਮੇਂ ਤੋਂ ਜਿਹੜਾ ਚੋਣ ਜਾਬਤਾ ਲੱਗਿਆ ਹੋਇਆ ਸੀ, ਚੋਣਾਂ ਦਾ ਮਾਹੌਲ ਬਹੁਤ ਗਰਮ ਮਾਹੌਲ ਬਣਿਆ ਹੋਇਆ ਸੀ। ਕੈਂਡੀਡੇਟ ਆਪਣਾ ਪ੍ਰਚਾਰ ਕਰ ਰਹੇ ਸੀ, ਲੋਕਾਂ ਦੇ ਵਿੱਚ ਵੀ ਬਹੁਤ ਉਤਸ਼ਾਹ ਸੀ। ਪਰ ਅੱਜ ਉਹ ਦਿਨ ਆ ਗਿਆ ਜਿਹਦੀ ਲੋਕਾਂ ਨੂੰ ਲੰਮੇ ਸਮੇਂ ਤੋਂ ਉਡੀਕ ਸੀ, ਜਾਂ ਕਹਿ ਦਈਏ ਕਿ ਚੋਣਾਂ ਦਾ ਅੱਜ ਦਿਨ ਆ ਗਿਆ। 20 ਫਰਵਰੀ ਜਦੋਂ ਮਤਦਾਨ ਕਰ ਸਕਣਗੇ ਲੋਕ, ਆਪਣੀ ਮਤ ਦਾ ਦਾਨ ਕਰ ਸਕਣਗੇ, ਕਿਹਨੂੰ ਉਹ ਚੁਣਨਾ ਚਾਹੁੰਦੇ ਨੇ, ਕਿਹੜੀਆਂ ਸਰਕਾਰਾਂ ਚੁਣਨੀਆਂ ਚਾਹੁੰਦੇ ਨੇ। 2 ਕਰੋੜ ਤੋਂ ਵੱਧ, ਤਕਰੀਬਨ 2 ਕਰੋੜ 14,99,804 ਜਿਹੜੇ ਵੋਟਰ ਹੈਗੇ ਨੇ, ਅਰਾਊਂਡ 2 ਕਰੋੜ ਤੋਂ ਵੱਧ ਸੰਖਿਆ ਦੇ ਵਿੱਚ ਵੋਟਰ ਜਿਹੜੇ ਹੈਗੇ ਨੇ ਰਜਿਸਟਰਡ ਨੇ ਤੇ 1304 ਉਮੀਦਵਾਰ ਇਸ ਵਾਰੀ ਆਪਣੀ ਕਿਸਮਤ ਅਜਮਾਉਣ ਦੇ ਲਈ ਇਹਨਾਂ ਚੋਣਾਂ ਦੇ ਵਿੱਚ ਖੜੇ ਨੇ। ਸੋ ਵੋਟਰ ਕੀ ਸੋਚਦਾ ਹੈ, ਕਿਹੜੀਆਂ
ਸੋਚਾਂ ਨੂੰ, ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਕਰਨੀ ਚਾਹੀਦੀ ਆ, ਉਸ ਦੇ ਲਈ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਰਣਜੀਤ ਸਿੰਘ ਪਟਿਆਲਾ ਨੇ, ਇੱਕ ਸੂਝਵਾਨ ਵੋਟਰ ਨੇ ਤੇ ਵੱਖ-ਵੱਖ ਮੁੱਦਿਆਂ ਤੇ ਆਪਣੀ ਰਾਏ ਵੀ ਦਿੰਦੇ ਨੇ। ਪਹਿਲਾਂ ਸਵਾਗਤ ਕਰਦੇ ਹਾਂ ਤੇ ਫਿਰ ਗੱਲਬਾਤ ਵੀ ਕਰਦੇ ਹਾਂ। ਸਵਾਗਤ ਹੈ ਜੀ ਪੰਜਾਬੀ ਲੋਕ ਚੈਨਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰੇ ਸਰੋਤਿਆਂ ਦਾ। ਚੋਣਾਂ ਆ ਗਈਆਂ, ਅੱਜ ਦਿਨ ਇਲੈਕਸ਼ਨ ਦਾ ਉਹ ਆ ਗਿਆ ਜਦੋਂ ਲੋਕਾਂ ਨੇ ਆਪਣੀ ਵੋਟ ਪਾ ਜਾਣੀ ਆ ਤੇ ਕਿਸਮਤ ਉਮੀਦਵਾਰਾਂ ਦੀ ਵੀ ਤੇ ਪੰਜਾਬ ਦੀ ਵੀ ਜਿਹੜੇ ਬਕਸਿਆਂ ਦੇ ਵਿੱਚ ਕੈਦ ਹੋ ਜਾਣੀ ਆ। ਕਿਵੇਂ ਦੇਖਦੇ ਹੋ, ਇੱਕ ਸੂਝਵਾਨ ਵੋਟਰ ਨੂੰ ਕਿੱਦਾਂ ਵੋਟ ਕਰਨੀ ਚਾਹੀਦੀ? ਦੇਖੋ, ਅੱਜ ਇਸ ਤਰ੍ਹਾਂ ਗੱਲ ਆ ਕਿ ਵੈਸੇ ਤਾਂ ਲੀਡਰ ਉਹ ਹੁੰਦਾ ਹੈ ਜਿਹਨੇ ਲੋਕਾਂ ਦੇ ਵਿੱਚ ਹਾਂ ਪੱਖੀ ਵਿਚਾਰਧਾਰਾ ਨੂੰ ਪਰਪੱਕ ਕਰਨਾ ਹੁੰਦਾ ਹੈ। ਲੀਡਰ ਦਾ ਮੁੱਖ ਕੰਮ ਇਹ ਆ। ਲੀਡਰ ਦਾ ਕੰਮ ਇਹ ਨਹੀਂ ਕਿ ਸਬਸਿਡੀਆਂ ਦੇਣੀਆਂ, ਉਹ ਪਰ ਅੱਜ ਉਹ ਤੋਂ ਪਿੱਛੇ ਚਲੇ ਗਏ। ਅੱਜ ਬਹੁਤ ਗਿਣਤੀ ਸਾਡੇ ਉਮੀਦਵਾਰ ਤੇ ਪਾਰਟੀਆਂ ਜਿਹੜੀਆਂ ਉਹ ਪਦਾਰਥਵਾਦੀ, ਉਹਨਾਂ ਤੇ ਪਦਾਰਥਵਾਦ ਭਾਰੂ ਆ। ਸੋ ਜਿਹੜਾ ਪਦਾਰਥਵਾਦੀ ਹੋ ਜਾਂਦਾ ਬੰਦਾ, ਉਹਦੇ ਵਿੱਚੋਂ ਸੱਚ ਗਾਇਬ ਹੋ ਜਾਂਦਾ ਹੈ। ਸੋ ਅੱਜ ਜਿਵੇਂ ਗੁਰੂ ਸਾਹਿਬ ਦਾ ਸ਼ਬਦ ਆ ਕਿ ਮਾਇਆ ਧਾਰੀ ਆ ਅੰਨ ਭੋਲਾ, ਗੁਰ ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ। ਅੱਜ ਇਹ ਮਾਇਆ ਧਾਰੀ ਲੋਕ ਗੁਰੂ ਸਾਹਿਬ ਦੀ ਬਾਣੀ ਦੇ ਮੁਤਾਬਕ ਅੰਨੇ ਆ। ਪਰ ਹੁਣ ਮੈਂ ਕਹੂੰਗਾ ਕਿ ਜਿਹੜੇ ਵੋਟਰ ਆ ਉਹਨਾਂ ਨੂੰ ਅੰਨਿਆਂ ਚੋਂ ਕਾਣਾ ਚੁਣਨਾ ਪੈਣਾ ਤੇ ਕਾਣਾ ਚੁਣਨਾ ਇੱਕ ਸਾਡੀ ਮਜਬੂਰੀ ਬਣ ਚੁੱਕੀ ਆ। ਮੈਂ ਇਹ ਗੱਲ ਜ਼ਰੂਰ ਕਹੂੰਗਾ ਵੋਟਰਾਂ ਨੂੰ ਕਿ ਪਹਿਲੀ ਗੱਲ ਤਾਂ ਵੋਟ ਪਾਉਣ ਜ਼ਰੂਰ ਜਾਓ, ਭਾਵੇਂ ਕਿ ਇਹਦੀ ਵਿਆਹ ਸ਼ਾਦੀ ਆ, ਭਾਵੇਂ ਕੁਛ ਵੀ ਆ। ਇਹ ਇੱਕ ਅਹਿਮ ਫਰਜ਼ ਆ, ਤੁਸੀਂ ਕਿਸਮਤ ਲਿਖਣੀ ਆ ਪੰਜਾਬ ਦੀ। ਇਹ ਨਾ ਹੋਵੇ ਕਿ ਤੁਹਾਡੀ ਗੈਰ ਹਾਜ਼ਰੀ ਉੱਥੇ ਰੜਕਦੀ ਰਹੇ। ਤੇ ਦੂਸਰੀ ਗੱਲ ਆ, ਵੋਟ ਇਹ ਸਮਝ ਕੇ ਪਾਉਣੀ ਕਿ ਜੀ ਫਲਾਣੇ ਕੈਂਡੀਡੇਟ ਦੀ ਹਵਾ ਬਹੁਤ ਆ, ਉਹ ਜਿੱਤ ਜੂਗਾ। ਕਿਉਂਕਿ ਆਮ ਵਿਚਾਰਧਾਰਾ ਲੋਕਾਂ 'ਚ ਆਪਾਂ ਸੁਣਦੇ ਆ ਨਾ, ਉਹ ਕਹਿੰਦੇ ਯਾਰ ਉਹ ਫਲਾਣੇ ਕੈਂਡੀਡੇਟ ਨੂੰ ਵੋਟ ਪਾਉਣੇ ਦਾ ਕੋਈ ਫਾਇਦਾ ਨਹੀਂ, ਉਹਨਾਂ ਜਿੱਤਣਾ ਨਹੀਂ ਹੈਗਾ। ਉਹ ਸਮਝਦਾ ਕਿ ਮੈਂ ਉਹਨੂੰ ਵੋਟ ਪਾਵਾਂ ਜਿਹੜਾ ਜਿੱਤ ਰਿਹਾ ਹੈ। ਇਹ ਮੈਨੂੰ ਲੱਗਦੀ ਕੋਈ ਧਾਰਨਾ ਚੰਗੀ ਨਹੀਂ ਹੈਗੀ, ਕਿਉਂਕਿ ਜਿਹੜੀ ਹਵਾ ਆਪਾਂ ਕਹਿੰਦੇ ਆ ਵੀ ਬਣੀ ਹੋਈ ਆ ਉਹ ਬੰਦੇ ਦੀ, ਉਹਦੇ ਪਿੱਛੇ ਜ਼ਰੂਰੀ ਨਹੀਂ ਕਿ ਉਹਦਾ ਕਰੈਕਟਰ ਕੰਮ ਕਰਦਾ ਹੋਵੇ। ਆਰਟੀਫਿਸ਼ੀਅਲ ਹਵਾ ਬਣਾਈ ਜਾਂਦੀ ਆ। ਅੱਜ ਬੜੇ ਬੜੇ ਮਾਹਰ ਰੱਖੇ ਹੋਏ ਨੇ ਲੋਕਾਂ ਨੇ ਹਵਾ ਬਣਾਉਣੇ ਵਾਸਤੇ। ਜਿਹਦੇ ਕੋਲ ਜ਼ਿਆਦਾ ਪੈਸਾ ਹੈ ਉਹ ਜ਼ਿਆਦਾ ਹਵਾ ਬਣਾ ਸਕਦਾ। ਪਰ ਮੈਂ ਕਹਿੰਦਾ ਕਿ ਜੋ ਤੁਹਾਡਾ ਮਨ ਕਰਦਾ, ਕਿਉਂਕਿ ਤੁਸੀਂ ਆਪਣੀ ਮੱਤ ਦਾ ਦਾਨ ਕਰਨਾ ਹੈ। ਮੱਤ ਵਿੱਚ ਇਕੱਠ ਦਾਨ ਨਹੀਂ ਹੋਣਾ ਚਾਹੀਦਾ, ਮਤਦਾਨ ਹੋਣਾ ਚਾਹੀਦਾ। ਮਤ ਤੁਸੀਂ ਤੇ ਤੁਹਾਡੀ ਮਤ ਦੋ ਬੰਦੇ ਆ, ਤੁਸੀਂ ਸਲਾਹ ਕਰੋ ਆਪਣੀ ਮਤ ਗੱਲ ਵੀ ਮੈਂ ਕਿਹਨੂੰ ਪਾਉਣਾ। ਜੇ ਅਸੀਂ ਇਹ ਕਹੀਏ ਵੀ ਉਹ ਤਾਂ ਉਹਨਾਂ ਹਾਰ ਜਾਣਾ ਹੈਗਾ, ਇਹ ਕੋਈ ਮੇਰਾ ਖਿਆਲ ਹੈ ਕਿ ਚੰਗੀ ਗੱਲ ਨਹੀਂ। ਇਹ ਲੋਕਤੰਤਰ ਦਾ ਘਾਣ ਆ। ਪੈਮਾਨਾ ਕੀ ਹੋਵੇ, ਕਿਹੜੇ ਪੈਮਾਨਿਆਂ ਤੇ ਲੋਕ ਪਰਖਣ, ਇਹੀ ਤਾਂ ਸਭ ਤੋਂ ਮੁਸ਼ਕਿਲ ਹੈ। ਪਰਖਣਾ ਹੀ ਤਾਂ ਕਿੱਦਾਂ ਪਤਾ ਲੱਗੇ ਕਿ ਕਿਹੜਾ ਜਿਹੜਾ ਇਨਸਾਨ ਹੈਗਾ ਉਹ ਵਾਕਿਆ ਹੀ ਸਹੀ ਮਾਇਨਿਆਂ ਦੇ ਵਿੱਚ ਜਿਹੜਾ ਹੈਗਾ ਕੰਮ ਕਰ ਸਕਦਾ ਹੈ। ਹਵਾ ਜਿਹੜੀ ਹੈਗੀ ਆ, ਮਤਲਬ ਕਿਹੜੇ ਪੈਮਾਨੇ ਨਾਲ ਸੋਚਣਾ ਚਾਹੀਦਾ, ਮਾਪਣਾ ਕਿੱਦਾਂ ਚਾਹੀਦਾ, ਕਿੱਦਾਂ ਮਾਪ ਸਕਦੇ? ਨਹੀਂ ਦੇਖੋ, ਹਰ ਬੰਦੇ ਕੋਲ ਐਨਾਲਿਸਿਸ ਕਰਨੇ ਦਾ ਮਹਾਰਾਜ ਨੇ ਦਿਮਾਗ ਦਿੱਤਾ ਹੈ। ਤੁਸੀਂ ਇਹ ਸੋਚ ਲਓ ਕਿ ਇਹ ਬੰਦਾ ਜਿੱਤੇ ਹਾਰੇ ਕੋਈ ਗੱਲ ਨਹੀਂ, ਲੇਕਿਨ ਇਹ ਬੰਦਾ ਦੂਸਰਿਆਂ ਨਾਲੋਂ ਜ਼ਿਆਦਾ ਗੁਣਕਾਰੀ ਆ, ਇਹਦੇ ਗੁਣ ਹੈਗੇ ਆ। ਇਹਨੂੰ ਮੈਂ ਜ਼ਰੂਰ ਵੋਟ ਪਾਉਣੀ ਆ, ਕਿਉਂਕਿ ਉਹਦੀ ਵੋਟ ਵੀ ਤਾਂ ਗਿਣੀ ਜਾਣੀ, ਉਹਨੇ ਕਿੰਨੀ ਲਿੱਤੀ ਆ। ਉਹ ਬੰਦਾ ਫਿਰ ਇਹ ਵੀ ਉਤਸ਼ਾਹਤ ਹੋਏਗਾ ਕਿ ਪਿਛਲੀ ਵਾਰੀ ਬੰਦੇ ਨੇ ਮੈਨੂੰ ਇੰਨੀ ਵੋਟ ਪਾਈ ਆ, ਭਾਵੇਂ ਮੈਂ ਜਿੱਤਿਆ ਨਹੀਂ, ਇਹਦਾ ਮਤਲਬ ਮੇਰੇ ਚੰਗੇ ਕੰਮਾਂ ਦੀ ਕਦਰ ਪੈ ਰਹੀ ਆ। ਇੱਕ ਤਾਂ ਉਹ ਚੰਗੇ ਕੰਮ ਕਰਨ ਵਾਸਤੇ ਉਤਸ਼ਾਹਤ ਹੋਊਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੁਹਾਡਾ ਲੀਡਰ ਬਣਨ ਦੇ ਕਾਬਿਲ ਆ। ਸੋ ਇਹ ਗੱਲ ਸੋਚਣੀ ਗਲਤ ਆ ਕਿ ਜਿਹਦੀ ਹਵਾ ਜਾਂ ਜਿਹੜਾ ਜਿੱਤ ਰਿਹਾ ਉਹਨੂੰ ਵੋਟ ਪਾਉਣੀ ਆ। ਮੈਨੂੰ ਲੱਗਦਾ ਇਹਦੇ ਲੋਕਤੰਤਰ ਦਾ ਘਾਣ ਆ ਬਿਲਕੁਲ ਇਹ। ਤੁਹਾਨੂੰ ਇਹ ਲੱਗਦਾ ਕਿ ਉਤਸ਼ਾਹ ਖਤਮ ਹੋ ਜਾਂਦਾ ਬੰਦਿਆਂ ਦੇ ਵਿੱਚ ਜਿਹੜੇ ਕੰਮ ਕਰਨਾ ਚਾਹੁੰਦੇ ਆ, ਜੇਕਰ ਉਹਨਾਂ ਨੂੰ ਵੋਟ ਨਹੀਂ ਪੈਂਦੀ, ਕਿ ਉਹਨਾਂ ਦੇ ਉਤਸ਼ਾਹ ਨੂੰ ਬਣਾ ਕੇ ਰੱਖਣ ਲਈ ਹੀ, ਕਿਉਂਕਿ ਜਿੱਤਣਾ ਤਾਂ ਉਹਨੇ ਹੈ ਨਹੀਂ, ਤੁਹਾਨੂੰ ਇਹ ਨਹੀਂ ਲੱਗਦਾ ਕਿ ਫਿਰ ਵੋਟ ਆਪਣੀ ਜਿਹੜੀ ਹੈਗੀ ਆ ਉਹਦਾ ਮੁੱਲ ਹੀ ਨਹੀਂ ਰਹਿੰਦਾ, ਪਾਈ ਜਾਂ ਨਾ ਪਾਈ ਦਾ? ਨਹੀਂ ਦੇਖੋ, ਫਿਰ ਇਹ ਤਾਂ ਇਹ ਹੋਊਗਾ ਕਿ ਇੱਕੋ ਬੰਦੇ ਨੂੰ ਸਾਰੇ ਲੋਕ ਵੋਟਾਂ ਪਾ ਦੂੰਗੇ ਜਿਹਦੀ ਹਵਾ ਜਿੱਤਣ ਵਾਲੇ ਦੀ। ਜਿਹੜਾ ਬੰਦਾ ਚੰਗੇ ਕੰਮ ਕਰ ਰਿਹਾ ਹੈ ਤੇ ਉਹ ਬੰਦੇ ਨੂੰ ਤਾਂ ਵੋਟਾਂ ਤੋਂ ਹੀ ਉਤਸ਼ਾਹ ਮਿਲਣਾ ਕਿ ਮੈਨੂੰ ਮਤਲਬ ਯਾਰ ਲੋਕਾਂ ਨੇ ਪਸੰਦ ਕਰਿਆ, ਇੰਨੇ ਲੋਕਾਂ ਨੇ ਮੈਨੂੰ 1000 ਨੇ 5000 ਨੇ ਪਸੰਦ ਕਰਿਆ ਕਿ ਮੈਂ ਚੰਗਾ ਕੰਮ ਕਰਾਂ। ਤੇ ਮੈਨੂੰ ਲੱਗਦਾ ਕਿ ਵੋਟ ਤੁਸੀਂ ਬਿਲਕੁਲ ਇਹ ਨਹੀਂ ਕਿ ਜਿੱਧਰਲੀ ਹਵਾ ਬਣਾਈ ਗਈ ਆ। ਦੇਖੋ ਭਗਤ ਕਬੀਰ ਜੀ ਇਹ ਕਹਿੰਦੇ ਕਿ ਜਿੱਧਰ ਨੂੰ ਅਖੌਤੀ ਵਿਦਵਾਨ ਜਾਂਦੇ ਆ, ਇਕੱਠ ਉੱਧਰ ਨੂੰ ਜਾ ਰਿਹਾ, ਪਰ ਉਹ ਕਹਿੰਦੇ ਮੈਂ ਨਹੀਂ ਜਾਣਾ, ਮੈਂ ਸੱਚ ਦੇ ਰਾਹ ਤੇ ਤੁਰਨਾ ਹੈਗਾ। ਜਿਹੇ ਮਾਰਗ ਪੰਡਤ ਗਏ ਪਾਛੇ ਗਈ ਵਹੀਰ।
ਜਿਹੜੇ ਮਾਰਗ ਨੂੰ ਲਿਜਾ ਰਿਹਾ ਖੋਤੀ ਵਿਦਵਾਨ ਉਧਰ ਨੂੰ ਬਹੀਰਾਂ ਘੱਤ ਕੇ ਲੋਕ ਜਾ ਰਹੇ ਆ। ਜਿਹੇ ਮਾਰਗ ਪੰਡਤ ਗਏ ਪਾਛੇ ਗਈ ਬਹੀਰ, ਇੱਕ ਅਵਕਟ ਘਾਟੀ ਰਾਮ ਕੀ ਤਹਿ ਚੜ ਰਹੇ ਹੋ ਕਬੀਰ। ਉਹ ਕਹਿੰਦੇ ਮੈਂ ਤਾਂ ਇੱਕ ਅਲੱਗ ਘੱਟੀ ਚੜ ਰਿਹਾ ਹੈ, ਸੱਚ ਦੀ ਘੱਟੀ ਆ, ਹੈ ਤਿੱਖੀ ਆ, ਚੜਨਾ ਔਖਾ ਹੈ ਕਿਉਂਕਿ ਉਧਰ ਨੂੰ ਸਾਹ ਵੀ ਚੜਨਾ ਹੈ, ਜ਼ੋਰ ਵੀ ਲੱਗਣਾ ਹੈ, ਪਰ ਕਹਿੰਦੇ ਮੈਂ ਉਹੀ ਘੱਟੀ ਚੜਨੀ ਹੈ ਜਿਹੜੀ ਸੱਚ ਦੀ ਆ। ਸੋ ਵੋਟਰਾਂ ਨੂੰ ਭਗਤ ਕਬੀਰ ਜੀ ਦੀ ਇਹ ਗੱਲ ਯਾਦ ਰੱਖਣੀ ਚਾਹੀਦੀ ਆ ਕਿ ਜਿਹੜਾ ਕੈਂਡੀਡੇਟ ਸੱਚ ਵੱਲ ਨੂੰ ਜਾ ਰਿਹਾ ਹੈ ਉਹਦੀ ਘੱਟੀ ਚੜ੍ਹਨੀ ਚਾਹੀਦੀ ਆ, ਨਾ ਕਿ ਜਿੱਧਰੋਂ ਅਖੌਤੀ ਵਿਦਵਾਨ ਲਿਜਾ ਰਹੇ ਆ। ਅੱਜ ਸੋਸ਼ਲ ਮੀਡੀਆ ਹਵਾ ਬਣਾ ਰਿਹਾ ਹੈ, ਅੱਜ ਮੀਡੀਆ ਨੂੰ ਪੈਸੇ ਦੇ ਕੇ ਨਕਲੀ ਇੰਟਰਵਿਊਆਂ ਕਰਵਾਈਆਂ ਜਾ ਰਹੀਆਂ ਹੈ, ਐਡ ਬਣਾਈ ਜਾ ਰਹੀ ਆ। ਐਡ ਤਾਂ 100% ਝੂਠੀ ਹੁੰਦੀ ਆ, ਉਹ ਤਾਂ ਕਲਾਕਾਰ ਆ, ਉਹਨਾਂ ਨੂੰ ਜਿਹਨੇ ਪੈਸੇ ਦੇ ਦਿੱਤੇ ਉਹਨੇ ਉਹਦੇ ਹੱਕ ਵਿੱਚ ਗੱਲ ਕਰਨੀ ਆ, ਉਹਨਾਂ ਨੂੰ ਦੇਖ ਕੇ ਨਹੀਂ। ਪੰਡਤਾਂ ਦੇ ਪਿੱਛੇ ਬਹੀਰਾਂ ਘੱਤ ਕੇ ਨਾ ਜਾਓ, ਜਿਹੜਾ ਕਬੀਰ ਜੀ ਵਾਂਗ ਸੱਚ ਦੀ ਘੱਟੀ ਚੜੋ, ਜਿਹੜਾ ਸੱਚ ਪਰ ਖੜਾ ਹੈਗਾ ਹੈ ਉਮੀਦਵਾਰ, ਤੇ ਆਉਣ ਵਾਲੇ ਜਿਹੜਾ ਸਮਾਂ ਹੈ ਉਹ ਬੰਦਾ ਅੱਗੇ ਆਏਗਾ। ਦੂਸਰੀ ਗੱਲ, ਅੱਜ ਤੁਸੀਂ ਕਿਸੇ ਨੇ ਸਰਕਾਰ ਬਣੇ ਜਾਣੀ ਆ, ਰਲੀ ਮਿਲੀ ਬਣ ਜੂਗੀ ਸਰਕਾਰ, ਤਾਂ ਬਣਨੀ ਹੋਵਾ। ਸਭ ਤੋਂ ਜ਼ਰੂਰੀ ਗੱਲ ਆ, ਜਿਹੜਾ ਵੋਟਰ ਅੱਜ ਆਪਣੀ ਮਤਦਾਨ ਕਰਕੇ ਜਾਂਦਾ ਹੈ ਨਾ, ਉਹ ਵੋਟਰ ਅੱਗੇ ਇਹਨਾਂ ਦੀ ਡਿਊਟੀ ਤੈਅ ਕਰੇ। ਅੱਜ ਜਿਸ ਸਿੱਧਤ ਨਾਲ ਆਪਾਂ ਵੋਟਾਂ ਪਾਉਣੀਆਂ ਹੈ ਉਦੋਂ ਵੀ ਜ਼ਿਆਦਾ ਸਿਆਣੇ ਹੋ ਕੇ, ਅਵੇਅਰ ਹੋ ਕੇ ਇਹਨਾਂ ਦੀ ਡਿਊਟੀ ਤੈਅ ਕਰੋ। ਜਿਹੜਾ ਵੀ ਜਿੱਤ ਕੇ ਆਉਂਦਾ ਹਲਕੇ ਦੇ ਵਿੱਚ ਉਹਦੀ ਡਿਊਟੀ ਤੈਅ ਕਰੋ ਕਿ ਸਾਡੇ ਹਲਕੇ ਦੇ ਵਿੱਚ ਜਿਹੜਾ ਪਾਣੀ ਨੂੰ ਕਿਵੇਂ ਬਚਾਉਣਾ ਹੈ, ਅਸੀਂ ਹਵਾ ਦੇ ਪੋਲਿਊਸ਼ਨ ਨੂੰ ਕਿਵੇਂ ਰੋਕਣਾ ਹੈ, ਆਵਾਜ਼ ਦੇ ਪੋਲਿਊਸ਼ਨ ਨੂੰ ਕਿਵੇਂ ਰੋਕਣਾ ਹੈ, ਕੁਦਰਤੀ ਸਰੋਤਾਂ ਦੀ ਜਿਹੜੀ ਲੁੱਟ ਹੁੰਦੀ ਆ ਉਹਨੂੰ ਕਿਵੇਂ ਰੋਕਣਾ। ਸਾਰੇ ਇਕੱਠੇ ਹੋ ਕੇ ਲੜੋ। ਉਹਦੇ ਬਾਅਦ ਇਹ ਨਹੀਂ ਕਿ ਜਿਹੜਾ ਜਿੱਤ ਕੇ ਆ ਗਿਆ ਉਹਦੇ ਗਲ ਵਿੱਚ ਹਾਰ ਪਾਓ। ਮੈਂ ਤਾਂ ਇਹ ਕਹਿੰਦਾ ਕਿ ਜਿਹੜਾ ਜਿੱਤ ਕੇ ਆ ਗਿਆ ਉਹਨੂੰ ਵੀ ਨਹੀਂ ਹਾਰ ਪਾਉਣਾ ਚਾਹੀਦਾ। ਹਾਰ ਉਹ ਉਦੋਂ ਪਵਾਵੇ ਜਦੋਂ 5 ਸਾਲ ਬਾਅਦ ਫਿਰ ਉਹ ਨਿਕਲੇ ਇਲਾਕੇ 'ਚ ਵੀ ਤੁਸੀਂ ਮੈਨੂੰ ਬਣਾਇਆ ਸੀ, ਅੱਜ ਦਾ ਹਾਰ ਤੁਹਾਨੂੰ ਪਾਉਣਾ ਚਾਹੀਦਾ, ਮੈਨੂੰ ਤੁਸੀਂ ਮੈਨੂੰ ਜਿਤਾਇਆ ਹੈ। ਹੁਣ 5 ਸਾਲ ਮੈਂ ਕੰਮ ਕਰੂੰਗਾ, ਫਿਰ ਮੈਂ ਤੁਹਾਡੇ ਵਿੱਚ ਜਾਊਂਗਾ, ਫਿਰ ਜੇ ਮੈਂ ਚੰਗਾ ਕੰਮ ਕਰਿਆ ਮੇਰੇ ਹਾਰ ਪਾਇਓ। ਤੇ ਲੋਕਾਂ ਦੀ ਡਿਊਟੀ ਬਣਦੀ ਆ ਕਿ ਇਹਨਾਂ ਦੀ ਡਿਊਟੀ ਤੈਅ ਕਰੋ। ਦੇਖੋ, ਇੱਕ ਠੇਕੇਦਾਰ ਨੂੰ ਅਸੀਂ ਮਕਾਨ ਬਣਾਉਣੇ ਵਾਸਤੇ ਲਿਆਉਂਦੇ ਆ, ਉਹਦਾ ਪੈਸੇ ਲੈ ਕੇ ਉਹਨਾਂ ਕੰਮ ਕਰਨਾ ਹੈ, ਪਰ ਜੇ ਮਾਲਕ ਵੇਸਲਾ ਹੋ ਜਾਵਾ ਤਾਂ ਠੇਕੇਦਾਰ ਨੇ ਸੁਆੜਾ ਦੇਣੀ ਹੈ ਤੁਹਾਡੇ ਮਕਾਨ ਦੀ, ਫਿਰ ਤੁਸੀਂ ਪਛਤਾਓਗੇ। ਇਸ ਕਰਕੇ ਜਿਹੜਾ ਠੇਕੇਦਾਰ ਤੁਸੀਂ ਅੱਜ ਚੁਣਨਾ ਹੈ, ਮੁੜ ਕੇ ਉਹਦੇ ਮਗਰ ਹੋ ਜਾਓ ਡੰਡਾ ਲੈ ਕੇ, 5 ਸਾਲ ਉਹਦੇ ਡੰਡੇ ਗੱਲ ਕੰਮ ਲਓ, ਫਿਰ ਤੁਹਾਡਾ ਸੁਧਾਰ ਆਪਣੇ ਆਪ ਆਉਣਾ ਹੋ ਜਾਣਾ ਹੈ। ਔਰ ਜਿਹੜਾ ਕੈਂਡੀਡੇਟ ਆ ਉਹ ਵੀ ਸੋਚ ਕੇ ਆਊਗਾ ਵੀ ਲੋਕ ਡੰਡਾ ਲੈ ਕੇ ਮਗਰ ਪੈਂਦੇ ਆ, ਮੈਂ ਤਾਂ ਹੀ ਖੜਾ ਜੇ ਮੈਂ ਕੁਝ ਕਰ ਸਕਦਾ, ਨਹੀਂ ਮੈਂ ਪਿੱਛੇ ਹਟ ਜਾਵਾਂ। ਇਹ ਲੋਕਾਂ ਦੀ ਡਿਊਟੀ ਬਣਦੀ ਆ ਕੈਂਡੀਡੇਟ ਤੋਂ ਕੰਮ ਕਰਾਉਣਾ। ਵੋਟ ਦੇ ਅਧਿਕਾਰ ਜਿਹੜਾ ਹੈਗਾ ਇਹਦੀ ਤਾਕਤ ਕਿੰਨੀ ਹੈ, ਤੁਸੀਂ ਇਹਨੂੰ ਕੀ ਸਮਝਦੇ ਹੋ ਕਿ ਜਿਹੜਾ ਲੋਕਤੰਤਰ ਵਿੱਚ ਤਾਕਤ ਦਿੱਤੀ ਗਈ, ਸੰਵਿਧਾਨ ਨੇ ਤਾਕਤ ਦਿੱਤੀ ਆ, ਕੀ ਲੱਗਦਾ ਕਿ ਲੋਕ ਉਸ ਤਾਕਤ ਨੂੰ ਸਹੀ ਮਾਇਨੇ 'ਚ ਸਮਝਦੇ ਆ ਜਾਂ ਕਿੱਦਾਂ ਉਹਨੂੰ ਸਮਝਣ ਦੀ ਲੋੜ ਆ? ਨਹੀਂ, ਦੇਖੋ, ਅੱਜ ਆਪਾਂ ਭਾਵੇਂ ਇਹ ਗੱਲ ਕਹਿਣ ਦੀ ਨਹੀਂ ਹੈਗੀ, ਅਜੇ ਵੀ ਸਾਡਾ ਵੋਟਰ ਅਵੇਅਰ ਨਹੀਂ ਹੈਗਾ। ਜੇ ਅੱਜ ਜਿਹੜੇ ਸਾਡੇ ਲੀਡਰ ਆ, ਜਿਨ੍ਹਾਂ ਪਿੱਛੇ ਅਸੀਂ ਧਰਨੇ ਲਾਉਂਦੇ ਆ, ਜਿਨ੍ਹਾਂ ਪਿੱਛੇ ਕਹਿੰਦੇ ਇਹਨੇ ਮਾਈਨਿੰਗ ਕਰ ਲਈ, ਇਹਨੇ ਕਰ ਲਿਆ, ਉਹਦੇ ਪਿੱਛੇ ਸਾਡਾ ਜਿਹੜਾ ਵੋਟਰ ਆ ਉਹ ਜ਼ਿੰਮੇਵਾਰ ਇਸ ਕਰਕੇ ਉਹ ਅਵੇਅਰ ਨਹੀਂ ਹੈਗਾ। ਜਿਹੜੇ ਅੱਜ ਬਿਲਡਿੰਗਾਂ ਖੰਡਰ ਹੋ ਚੁੱਕੀਆਂ ਉਹ ਇਹ ਦੱਸਦੀਆਂ ਕਿ ਇਹਨਾਂ ਦੇ ਮਾਲਕਾਂ ਦੀ ਲਾਪਰਵਾਹੀ ਆ। ਪਰ ਇਲੈਕਸ਼ਨ ਕਮਿਸ਼ਨ ਤਾਂ ਬਹੁਤ ਯਤਨ ਕਰਦਾ ਨਾ ਵੋਟਰ ਨੂੰ ਸਮਝਾਉਣ ਦੇ ਲਈ, ਬਾਰ-ਬਾਰ ਉਹਨਾਂ ਵੱਲੋਂ ਮੁਹਿੰਮਾਂ ਚਲਾਈਆਂ ਜਾਂਦੀਆਂ ਜਦੋਂ ਚੋਣਾਂ ਆਉਂਦੀਆਂ ਕਿ ਤੁਸੀਂ ਸਹੀ ਇਸ ਢੰਗ ਨਾਲ ਇਸਤੇਮਾਲ ਕਰੋ, ਆਪਣੀ ਵੋਟ ਨਾ ਵੇਚੋ, ਬਹੁਤ ਸਾਰੀਆਂ ਚੀਜ਼ਾਂ, ਇੱਥੋਂ ਤੱਕ ਕਿ ਮਸ਼ੀਨ ਦੇ ਉੱਤੇ ਇੱਕ ਆਖਰੀ ਬਟਨ ਨੋਟਾ ਦਾ ਲਾ ਦਿੱਤਾ ਜਾਂਦਾ ਕਿ ਜੇ ਤੁਹਾਨੂੰ ਕੋਈ ਕੈਂਡੀਡੇਟ ਪਸੰਦ ਨਹੀਂ ਆ ਤਾਂ ਤੁਸੀਂ ਨੋਟਾ ਦਾ ਬਟਨ ਦਬਾ ਸਕਦੇ ਹੋ। ਕੀ ਸਮਝਦੇ ਹੋ? ਨਹੀਂ, ਦੇਖੋ, ਨੋਟਾ ਦਾ ਜਦੋਂ ਰੌਲਾ ਪਿਆ ਸੀ ਕਿ ਇਹਨੂੰ ਮੈਂਸ਼ਨ ਕਰਿਆ ਸੀ ਨੋਟਾਂ ਨੂੰ, ਨੋਟਾ ਦਾ ਮਤਲਬ ਤਾਂ ਇਹੋ ਵਾ ਕਿ ਮੈਨੂੰ ਇਹਨਾਂ 'ਚੋਂ ਕੋਈ ਵੀ ਪਸੰਦ ਨਹੀਂ ਹੈਗਾ। ਜਿੰਨੇ ਬੰਦੇ ਆ ਇਹ ਰਾਜ ਕਰਨ ਦੇ ਲਾਇਕ ਨਹੀਂ ਹੈਗੇ, ਉਦੋਂ ਇਹੀ ਸੀ। ਪਰ ਇੱਥੇ ਸ਼ੁਰੂ ਦੇ ਵਿੱਚ ਇਹ ਗੱਲ ਚੱਲੀ ਸੀ ਕਿ ਜੇ ਨੋਟਾ ਜਿੱਤ ਜਾਂਦਾ ਹੈ, ਨੋਟਾ ਨੂੰ ਸਭ ਤੋਂ ਵੱਧ ਵੋਟਾਂ ਪੈਂਦੀਆਂ ਹੈ, ਫਿਰ ਜਿਹੜੇ ਖੜੇ ਕੈਂਡੀਡੇਟ ਆ, ਚਾਹੀਦਾ ਤਾਂ ਇਹ ਸੀ ਕਿ ਉਹ ਕੈਂਡੀਡੇਟ ਲੋਕਾਂ ਦੇ ਯੋਗ ਨਹੀਂ ਹੈ। ਲੋਕ ਨਕਾਰਤੇ, ਲੋਕਾਂ ਨੇ ਸਾਰੇ ਨਕਾਰਤੇ। ਹੋਣਾ ਤਾਂ ਇਹ ਚਾਹੀਦਾ ਸੀ ਕਿ ਉਹਨਾਂ ਬੰਦਿਆਂ ਦੀ ਕੁਝ 5 ਸਾਲ ਵਾਸਤੇ, 10 ਸਾਲ ਵਾਸਤੇ ਉਹਨਾਂ ਨੂੰ ਰੱਖਿਆ ਜਾਂਦਾ ਕਿ ਇਹ ਬੰਦੇ ਚੋਣ ਨਹੀਂ ਲੜੂਗੇ, ਜਿਨ੍ਹਾਂ ਨੂੰ ਪਬਲਿਕ ਨੇ ਇੱਕ ਵਾਰੀ ਨਕਾਰ ਹੀ ਦਿੱਤਾ। ਮਤਲਬ ਇਹ ਜੇ ਖੜੂਗੇ ਤਾਂ ਟਾਈਮ ਖਰਾਬ ਹੋਊਗਾ ਲੋਕਾਂ ਦਾ। ਚਾਹੀਦਾ ਇਹ ਸੀ ਕਿ ਇਹ ਬੰਦੇ ਅੱਜ ਤੋਂ ਬਾਅਦ
ਨਹੀਂ ਖੜੂਗੇ ਜਾਂ ਉਹਦਾ ਕੋਈ ਟਾਈਮ ਬੰਨਿਆ ਜਾਂਦਾ ਕਿ 10 ਸਾਲ ਘੱਟੋ ਘੱਟ ਇਹ ਲੋਕਾਂ 'ਚ ਜਾ ਕੇ ਆਪਣਾ ਅਕਸ ਸੁਧਾਰਨ ਫਿਰ ਆਉਣ ਇਹ ਅਤੇ ਉਹ ਪਰ ਨਹੀਂ ਕਰਿਆ ਗਿਆ। ਇਹਨਾਂ ਲੀਡਰਾਂ ਨੇ ਆਪਣੀ ਮਰਜ਼ੀ ਦੇ ਨਾਲ ਨਾ ਕੁਛ ਕਾਨੂੰਨਾਂ ਨੂੰ ਮਰੋੜ ਦਿੰਦੇ ਆ। ਦੇਖੋ ਜਿੱਥੇ ਲੱਗਦਾ ਕਿ ਸਾਰੇ ਲੀਡਰਾਂ ਦਾ ਨੁਕਸਾਨ ਆ ਉੱਥੇ ਲੀਡਰ ਇੱਕ ਮੱਤ ਹੋ ਜਾਂਦੇ ਆ ਸਾਰੇ, ਉੱਥੇ ਵਿਰੋਧ ਨਹੀਂ ਕਰਦੇ। ਮੇਰੇ ਖਿਆਲ ਤਾਂ ਇਹ ਹੋਣਾ ਚਾਹੀਦਾ ਸੀ ਕਿ ਜੇ ਨੋਟਾ ਜਿੱਤ ਜਾਵੇ ਤਾਂ ਉਹਨਾਂ ਲੋਕਾਂ ਨੂੰ ਘੱਟੋ ਘੱਟ 10 ਸਾਲ ਵਾਸਤੇ ਕਿਸੇ ਚੋਣ ਲੜਨ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ, ਉੱਥੇ ਦੁਬਾਰਾ ਵੋਟਾਂ ਪਾਓ। ਪਰ ਅੱਜ ਇਹਨਾਂ ਨੇ ਇਹ ਕਰਤਾ ਕਿ ਤੁਸੀਂ ਨੋਟਾਂ ਦਾ ਰੱਖਤਾ ਤੇ ਨੋਟਾਂ ਦੇ ਵਿੱਚ ਇਹ ਕਹਿਤਾ ਤੁਹਾਡੀ ਵੋਟ ਗਿਣੀ ਜਾਣੀ ਵੀ ਨੋਟਾਂ ਨੂੰ ਇੰਨੀਆਂ ਵੋਟਾਂ ਪਈਆਂ ਪਰ ਉਹਦਾ ਮਤਲਬ ਕੋਈ ਨਹੀਂ। ਇਹ ਐਂ ਲੱਗਦਾ ਹੈ ਕਿ ਜਿਵੇਂ ਬੱਸ ਸਟੈਂਡ ਦੇ ਵਿੱਚ ਨਾ ਕੋਈ ਬੱਸ ਕਪੂਰਥਲੇ ਨੂੰ ਜਾ ਰਹੀ ਆ, ਕੋਈ ਜਲੰਧਰ ਨੂੰ ਜਾ ਰਹੀ ਆ ਤੇ ਕੰਡਕਟਰ ਸੀਟੀਆਂ ਵੀ ਮਾਰ ਰਿਹਾ, ਆਵਾਜ਼ਾਂ ਮਾਰ ਰਿਹਾ ਵੀ ਚੜ੍ਹ ਜਾਓ। ਇੱਕ ਬੱਸ ਉੱਥੇ ਬਿਨਾਂ ਟਾਇਰਾਂ ਤੇ ਇੱਟਾਂ ਤੇ ਖੜਾਈ ਹੋਈ ਆ ਤੇ ਉਹਦੇ ਵਿੱਚ ਵੀ ਕੰਡਕਟਰ ਹੱਕਾ ਮਾਰ ਰਿਹਾ ਵੀ ਆ ਜਾਓ ਚੜ੍ਹ ਜਾਓ। ਜਦੋਂ ਚੜ੍ਹਦੇ ਆ ਲੋਕ ਬੈਠ ਜਾਂਦੇ ਆ, ਫਿਰ ਉਹ ਕਹਿੰਦਾ ਵੀ ਦੇਖੋ ਚੜ੍ਹ ਤਾਂ ਤੁਸੀਂ ਗਏ, ਬੈਠ ਗਏ, ਸੀਟਾਂ ਵਧੀਆ ਹੈ ਪਰ ਇਹ ਜਾਣੀ ਕਿਤੇ ਨਹੀਂ, ਨੂੰ ਟਾਇਰੇ ਨਹੀਂ ਹੈਗੇ ਤੇ ਇੱਟਾਂ ਪਰ ਖੜੀ ਆ। ਉਹ ਬੱਸ ਨੋਟਾ ਹੈ, ਉਹ ਨੋਟਾ ਹੈ। ਉਹ ਨੋਟਾ ਜਿਹੜੀ ਬੱਸ ਨਾ ਟਾਇਰ ਖੋਲ ਕੇ ਇੱਟਾਂ ਤੇ ਖੜਾਈ ਹੋਈ ਆ, ਚੜੋ ਟਾਈਮ ਖਰਾਬ ਕਰੋ ਆਪਣਾ। ਸਵਾਰੀਆਂ ਬੈਠ ਗਈਆਂ, ਟਾਈਮ ਵੀ ਖਰਾਬ ਕਰਿਆ ਤੇ ਸੋਚ ਵੀ ਰਹੇ ਵੀ ਕਿਤੇ ਪਹੁੰਚੂਗੇ, ਲੇਕਿਨ ਐਨ ਮੌਕੇ ਤੇ ਜਦੋਂ ਸਾਰੀਆਂ ਬੱਸਾਂ ਲੰਘ ਗਈਆਂ ਹੋਰ ਫਿਰ ਉਹ ਆਣ ਕੇ ਕੰਡਕਟਰ ਡਰਾਈਵਰ ਕਹਿੰਦੇ ਵੀ ਇਹ ਜਾਣੀ ਨਹੀਂ ਕਿਤੇ ਵੀ, ਇਹ ਤਾਂ ਵੈਸੇ ਕਢਾਈ ਵੀ ਸੀ ਵੀ ਤੁਸੀਂ ਸਵਾਦ ਲੈ ਲਓ ਚੜ੍ਹ ਕੇ। ਇਹ ਨੋਟਾ ਦਾ ਜਿਹੜਾ ਬਟਨ ਆ ਮੈਂ ਕਹਿੰਦਾ ਸਰਕਾਰ ਨੇ ਸਵਾਦ ਲੈਣੇ ਵਾਸਤੇ ਲਾਤਾ ਵੀ ਸਵਾਦ ਲਓ ਪਰ ਤੁਹਾਡੀ ਵੈਲਿਊ ਕੋਈ ਨਹੀਂ ਹੈਗੀ। ਉੱਥੇ ਤੂੰ ਸੁਣਿਆ ਜਾ ਕੇ ਬਸ ਸੁਣਿਆ, ਬਸ ਸਮਝ ਲਓ ਵੀ ਅਸੀਂ ਵੀ ਬੱਸ ਵਿੱਚ ਬੈਠੇ ਤੇ ਜਾਂ ਵਿੱਚ ਫੋਟੋ ਖਿਚਾ ਲਓ ਵੀ ਆ ਦੇਖੋ ਅਸੀਂ ਬੱਸ 'ਚ ਬੈਠੇ ਆ, ਵੋਟ ਪਾਇਆ ਜਾ ਕੇ, ਵੋਟ ਪਾਇਆ ਹੈ ਪਰ ਉਹਦੇ ਕੋਈ ਵੈਲਿਊ ਕੋਈ ਨਹੀਂ। ਤੇ ਲੀਡਰਾਂ ਨੂੰ ਮੈਂ ਕਹਿੰਦਾ ਸਵਾਦ ਦੇਣੇ ਵਾਸਤੇ ਨੋਟਾਂ ਦੀ ਸਰਕਾਰ ਨੂੰ ਵੈਲਿਊ ਕਰਨੀ ਚਾਹੀਦੀ ਆ ਤੇ ਇਹੀ ਕਰਨਾ ਚਾਹੀਦਾ ਕਿ ਜੇ ਇਹ ਨੋਟਾ ਜਿੱਤ ਗਿਆ ਉਸ ਏਰੀਏ ਦੇ ਇੱਕ ਤਾਂ ਉਹਨਾਂ ਦੇ ਮੂੰਹ ਤੇ ਚਪੇੜ ਵੱਜੂਗੀ, ਉਹ ਲੋਕਾਂ ਵਿੱਚ ਜਾਣ ਜੋਗੇ ਨਹੀਂ ਰਹੋਗੇ ਵੀ ਤੁਹਾਨੂੰ ਤਾਂ ਕਿਸੇ ਨੇ ਪਸੰਦ ਨਹੀਂ ਕਰਿਆ। ਫਿਰ ਉਹ ਅਨੈਲਿਸਿਸ ਕਰਨਗੇ ਆਪਣਾ ਵੀ ਯਾਰ ਮੈਂ ਹੁਣ ਲੋਕਾਂ ਦੇ ਵਿੱਚ ਜਾ ਕੇ ਲੋਕ ਹਿੱਤ ਦੇ ਕੰਮ ਕਰਾਂ ਤਾਂ ਜਾ ਕੇ ਜਿਹੜਾ ਮੇਰਾ ਦਾਗ ਲੱਗ ਗਿਆ ਮੂੰਹ ਦੇ ਉੱਪਰ, ਇਹ ਕਲਖ ਲੱਗੀ, ਇਹਨੂੰ ਸਾਫ਼ ਕਿਵੇਂ ਕਰਾਂ, ਉਹ ਸੁਧਰੂੰਗਾ। ਤੇ ਬਾਕੀ ਵੀ ਲੀਡਰ ਸੋਚਣਗੇ ਹੋਰ ਪਾਸੇ ਵੀ ਯਾਰ ਇੱਕਣਾ ਕੱਚੇ ਪੈਰੀ ਨਹੀਂ ਜਾ ਆਉਣਾ, ਨੋਟਾਂ ਨੇ ਸਾਨੂੰ ਤਾਂ ਫਿਰ ਮੂੰਹ ਦੀ ਖਾਣੀ ਪੈ ਜਾਣੀ ਆ। ਉਹ ਚੰਗੇ ਕੰਮ ਕਰਨਗੇ। ਮੈਂ ਸਰਕਾਰ ਨੂੰ ਬੇਨਤੀ ਕਰਦਾ ਹੈ, ਸੁਪਰੀਮ ਕੋਰਟ ਤੱਕ ਨੂੰ, ਚੋਣ ਕਮਿਸ਼ਨਰ ਨੂੰ ਵੀ ਜਿਹੜਾ ਨੋਟਾ ਹੈ ਇਹਨੂੰ ਟਾਇਰ ਲਾ ਦਿਓ, ਇਹਨੂੰ ਇੱਟਾਂ ਪਰ ਤੇ ਤਾਰੋ, ਪਤਾ ਲੱਗੇ ਨਾ ਵੀ ਬਾਕੀ ਸਵਾਰੀਆਂ ਇਹ ਬੱਸ ਵਿੱਚ ਚੜ੍ਹ ਕੇ ਲੰਘ ਗਈਆਂ ਤੇ ਬਾਕੀ ਬੱਸਾਂ ਖਾਲੀ ਗਈਆਂ। ਹਾਂ ਇਹ ਜ਼ਰੂਰ ਹੋਣਾ ਚਾਹੀਦਾ ਹੈ। ਤੁਸੀਂ ਕਹਿੰਦੇ ਹੋ ਕਿ ਨੋਟਾਂ ਦੀ ਜਿਹੜੀ ਹੈਗੀ ਹੈ ਤਾਕਤ ਹੈ ਨਹੀਂ, ਚਲੋ ਉਹ ਸਰਕਾਰ ਵੱਲੋਂ ਨਹੀਂ ਦਿੱਤੀ ਗਈ, ਸਰਕਾਰ ਉਹਨੂੰ ਵਧਾ ਸਕਦੀ ਹੈ, ਪਰ ਨੋਟਾਂ ਦੀ ਤਾਕਤ ਜਿਹੜੀ ਹੈਗੀ ਆ, ਪੈਸੇ ਦੀ ਤਾਕਤ ਹੈਗੀ, ਉਹ ਤਾਂ ਚੱਲੀ ਜਾਂਦੀ ਹੈ। ਲੋਕ ਫਿਰ ਜ਼ਿੰਮੇਵਾਰ ਕੌਣ ਹੈ? ਲੋਕ ਤਾਂ ਅਵੇਅਰ ਕਿ ਫਿਰ ਵੀ ਨਹੀਂ ਹੁੰਦੇ। ਸਰਕਾਰਾਂ ਵੀ ਸਮਝਾਈ ਜਾਂਦੀਆਂ, ਚੋਣ ਕਮਿਸ਼ਨ ਵੀ ਸਮਝਾਈ ਜਾਂਦੀਆਂ, ਨੋਟਾ ਤਾਕਤਵਰ ਹੈ ਨਹੀਂ ਪਰ ਨੋਟਾਂ ਦੀ ਤਾਕਤ ਬਹੁਤ ਆ। ਦੇਖੋ ਗੱਲ ਇਸ ਤਰ੍ਹਾਂ, ਜਿਹੜਾ ਚੋਣ ਕਮਿਸ਼ਨ ਜਿਹੜਾ ਤੰਤਰ ਹੈ ਨਾ, ਜੇ ਉਹ 1 ਰੁਪਈਆ ਸਮਝਾਉਂਦਾ ਹੈ ਤਾਂ ਕੈਂਡੀਡੇਟ ਵੋਟਰਾਂ ਨੂੰ 100 ਰੁਪਈਆ ਲਿਜਾਉਣੇ ਵਾਲੇ ਆ, 100% ਜ਼ਿਆਦਾ। ਉਹ 1% ਹੈ, 100% ਆ ਤੇ ਇਹਨਾਂ ਦਾ ਫਿਰ 1% ਸਮਝਾਇਆ ਵਾ ਕਿਆ ਕਰ ਲੂੰਗਾ, ਜਿੱਥੇ ਲਿਜਾਉਣੇ ਵਾਲੇ 100% ਬੈਠੇ ਆ। ਅੱਜ ਸਭ ਨੂੰ ਪਤਾ ਹੈ ਕਿ ਕਿਵੇਂ ਸ਼ਰਾਬਾਂ ਵੰਡੀਆਂ ਜਾਂਦੀਆਂ, ਕਿਵੇਂ ਪੈਸੇ ਵੰਡੇ ਜਾਂਦੇ ਆ। ਕੋਈ ਬਰਾਦਰੀ ਦਾ ਵਾਸਤਾ ਪਾ ਰਿਹਾ ਹੈ, ਕੋਈ ਧਰਮ ਦਾ ਵਾਸਤਾ ਪਾ ਰਿਹਾ ਹੈ। ਉਹ ਸਾਰੇ ਵਾਸਤੇ ਪਾ ਕੇ ਕਿਤੇ ਨਾ ਕਿਤੇ ਵੋਟਰ ਨੂੰ ਅਲਝਾ ਰਹੇ ਆ। ਜਦੋਂ ਵੋਟਰ ਅਵੇਅਰ ਹੋ ਗਿਆ ਉਦੋਂ ਫਿਰ ਲੀਡਰਾਂ ਦੀ ਹਿੰਮਤ ਨਹੀਂ ਪੈਣੀ ਹੈਗੀ ਕਿ ਧੋਖਾ ਕਰ ਜਵੇ। ਵੋਟਰਾਂ ਨੂੰ ਜਾਗਰੂਕ ਹੋਣ ਦੀ ਲੋੜ ਆ। ਅੱਜ ਜਿਹੜਾ ਜਿੱਤ ਗਿਆ ਕਿਸੇ ਕੈਂਡੀਡੇਟ ਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਹੈਗੀ। ਕੈਂਡੀਡੇਟ ਨੂੰ ਜਿਹੜੇ ਕਾਨੂੰਨ ਬਣਾਏ ਵੇ ਲੋਕ ਹਿੱਤ ਉਹ ਲਾਗੂ ਕਰਾਉਣ ਦੀ ਲੋੜ ਆ। ਅੱਜ ਉਹ ਕਾਨੂੰਨ ਬਣ ਕੇ ਫਾਈਲਾਂ 'ਚ ਪਏ ਆ। ਦੇਖੋ ਇੱਕ ਸੜਕਾਂ ਦਾ ਕਾਨੂੰਨ, ਰੂਲ ਰੈਗੂਲੇਸ਼ਨ ਬਣਿਆ ਹੋਇਆ, ਜਿਹੜੀ ਸੜਕ ਅੱਜ ਬਣ ਗਈ ਉਹਦਾ ਆਟੋਮੈਟਿਕਲੀ 1 ਸਾਲ ਬਾਅਦ ਪੈਚ ਵਰਕ ਹੋਣਾ। ਇਹ ਇਹਨਾਂ ਦੇ ਰੂਲ ਰੈਗੂਲੇਸ਼ਨ 'ਚ ਆ, ਲੋਕਾਂ ਨੂੰ ਨਹੀਂ ਪਤਾ। ਤੇ 1 ਸਾਲ ਬਾਅਦ ਆਟੋਮੈਟਿਕਲੀ ਤੁਸੀਂ V&R ਦਾ ਜਿਹੜਾ ਕੰਪਿਊਟਰ ਲੱਗਿਆ ਹੋਇਆ ਨਾ, ਉੱਤੇ ਸਾਲ ਬਾਅਦ ਆਪਣੇ ਆਪ ਆ ਜਾਂਦਾ ਕਿ ਆਹ ਫਲਾਣੀ ਸੜਕ ਜਿਹੜੀ ਲੋਧੀ ਮਾਜਰੇ ਨੂੰ ਬਣੀ ਆ, ਇਹਦਾ ਅੱਜ ਪੈਚ ਵਰਕ ਦਾ ਦਿਨ ਆ ਗਿਆ। ਜਿਵੇਂ ਉਹ ਫੇਸਬੁੱਕ ਤੇ ਆਉਂਦਾ ਨਾ ਹਰ ਸਾਲ ਬਾਅਦ, ਪੂਰੇ ਸਾਲ ਬਾਅਦ ਆ ਜਾਂਦਾ ਹੈ ਕਿ ਤੁਹਾਡੀ ਆ ਪੋਸਟ ਸਾਲ ਪਹਿਲਾਂ ਪਾਈ ਸੀ, ਉਹ ਆ ਜਾਂਦਾ ਹੈ, ਨੋਟੀਫਿਕੇਸ਼ਨ ਆਉਂਦੀ ਆ। ਤੇ 5 ਸਾਲ ਬਾਅਦ ਉਸੇ ਸੜਕ ਨੇ ਵੀ ਉਹਦੇ ਉੱਪਰ ਪ੍ਰੀਮਿਕਸ ਪੈਣੀ ਆ। ਜੇ ਉਹ ਸੜਕ ਜ਼ਿਆਦਾ ਟੁੱਟ ਗਈ ਉਹਨੂੰ ਰੀਕਨਸਟਰਕਸ਼ਨ ਦਾ ਇਹਨਾਂ ਨਾਂ ਦਿੱਤਾ ਹੈ, ਉਹ ਹੋਣੀ ਆ। ਇਹ ਜਿਹੜੇ ਸਾਡੇ ਵਿਧਾਇਕ ਚੁਣੇ ਜਾਂਦੇ ਆ ਉਹ ਦਫ਼ਤਰ ਵਿੱਚ ਬੈਠ ਕੇ ਲਾਗੂ ਕਰਾ ਦੇਵੇ। ਇਹ ਨਹੀਂ ਕਿ ਲੋਕ ਧਰਨੇ ਲਾਵੇ। ਲੋਕਾਂ ਨੂੰ ਧਰਨੇ ਲਾਉਣ ਦੀ ਲੋੜ ਨਹੀਂ ਹੈਗੀ ਵੀ ਮੇਰੀ ਸੜਕ ਟੁੱਟੀ ਵੀ ਆ।
ਲੋਕਾਂ ਨੂੰ ਜਾਗਰੂਕ ਹੋਣਾ ਪਊਗਾ ਕਿ ਉਹ ਸਾਲ ਬਾਅਦ ਜਾ ਕੇ ਵਿਧਾਇਕ ਨੂੰ ਕੰਨ ਤੋਂ ਫੜੇ ਗਲਾਵੇਂ ਤੋਂ ਵੀ ਚੱਲ ਬੰਦੇ ਦਾ ਪੁੱਤ ਬਣ ਕੇ B&R ਦੇ ਦਫ਼ਤਰ ਚੱਲ, ਆ ਸਾਲ ਹੋ ਗਏ ਤੇ ਪੈਚ ਕਿਉਂ ਨਹੀਂ ਲੱਗੇ, ਧਰਨਾ ਲਾਉਣ ਦੀ ਲੋੜ ਨਹੀਂ ਹੈਗੀ। ਇੱਥੇ ਤਾਂ ਲੋਕ ਜਿਹੜੇ ਕੜਮ ਚੌਧਰੀ ਉਹ ਧਰਨਾ ਲਵਾਉਂਦੇ ਆ, ਫਿਰ ਵਿਧਾਇਕ ਆ ਕੇ ਉੱਥੇ ਭਰੋਸਾ ਦਿੰਦਾ ਹੈ, ਸੁਰਖੀਆਂ ਬਟੋਰਦਾ ਹੈ ਵੀ ਇਹ ਤੁਹਾਡੀ ਸੜਕ ਬਣਾਈ ਜਾਊਗੀ। ਉਹ ਕਿਆ ਲੱਗਦਾ ਬਣਾਉਣੇ ਦਾ? ਇਹ ਤਾਂ ਰੂਲ ਸਾਡਾ ਜਦ ਐਸੀ ਕੰਟੀਨਿਊ ਸਰਕਾਰ ਕਦੀ ਧਰਨਾ ਲਾਉਂਦੀ ਸਾਤੋਂ ਟੈਕਸ ਲੈਣੇ ਵਾਸਤੇ? ਸਰਕਾਰ ਨਹੀਂ ਨਾ ਲਾਉਂਦੀ। ਸਾਡਾ ਅਸੀਂ ਜੇ ਚੀਜ਼ ਖਰੀਦਣੀ ਆ ਅਸੀਂ 18% ਟੈਕਸ ਦੇਣਾ ਹੈ। ਐਸੀ ਤਰ੍ਹਾਂ ਸਾਲ ਬਾਅਦ ਸਾਡੀ ਸੜਕ ਨੂੰ ਪੈਚ ਲੱਗਣੇ ਹੀ ਲੱਗਣੇ ਆ। ਜਦ ਸਰਕਾਰ ਟੈਕਸ ਲੈਣੇ ਵਾਸਤੇ ਧਰਨਾ ਨਹੀਂ ਲੈਂਦੀ, ਫਿਰ ਅਸੀਂ ਆਪਣੇ ਟੈਕਸ ਤੋਂ ਜਿਹੜੀਆਂ ਸਹੂਲਤਾਂ ਮਿਲਦੀਆਂ ਉਹਨਾਂ ਵਾਸਤੇ ਧਰਨਾ ਨਹੀਂ ਲਾਉਣਾ ਚਾਹੀਦਾ। ਵੋਟਰ ਇੰਨਾ ਕੁ ਅਵੇਅਰ ਹੋ ਜਾਵੇ, B&R ਦੇ ਦਫ਼ਤਰ ਜਾਵੇ, ਸਿੱਧਾ ਐਕਸੇ ਨੂੰ ਫੜੇ ਵੀ ਸਾਡੀ ਸੜਕ ਨੂੰ ਆ ਹੋ ਗਿਆ, ਕੱਢ ਕੇ ਦਿਖਾ ਸਾਨੂੰ, ਇਹਦਾ ਪੈਚ ਕਿਉਂ ਨਹੀਂ ਲਾਉਣਗੇ? ਇਹ ਕਦ ਲਾਉਣਾ ਨਹੀਂ? ਫਿਰ ਕੱਲ੍ਹ ਨੂੰ ਅਸੀਂ ਆ ਗਏ ਡੰਡੇ ਲੈ ਕੇ ਤੇ ਪਾ ਕੇ ਵਿਧਾਇਕ ਨੂੰ ਫੜੇ ਵੀ ਤੈਨੂੰ ਬੰਦੇ ਦਾ ਪੁੱਤ ਬਣ ਗਿਆ, ਤੈਨੂੰ ਅਸੀਂ ਚੁਣਿਆ ਸੀ ਵੋਟਾਂ ਪਾ ਕੇ, ਤੇ ਰੂਲ ਲਾਗੂ ਕਰਾ। ਅੱਜ ਪਾਣੀ ਜਿਹੜਾ ਖਰਾਬ ਹੋ ਰਿਹਾ ਹੈ ਉਹਦੇ ਵਾਸਤੇ ਲੋਕ ਵਿਧਾਇਕ ਨੂੰ ਫੜਨਾ। ਮੈਂ ਕਹਿੰਦਾ ਜੇ ਲੋਕ ਜਾਗਰੂਕ ਹੋ ਗਏ ਤਾਂ ਵਿਧਾਇਕਾਂ ਨੇ ਭੱਜੇ ਫਿਰਨਾ ਹੈ ਤੇ ਤੁਹਾਡਾ ਵੋਟ ਪਾਉਣ ਦਾ ਮੁੱਲ ਉਸੇ ਦਿਨ ਪੂਰਾ ਹੋਣਾ ਜਿੱਦਣ ਤੁਸੀਂ ਸੁਧਰ ਗਏ। ਜੇ ਲੋਕ ਸੁਧਰ ਕੇ, ਤੁਸੀਂ ਕਹਿੰਦੇ ਹੋ, ਅਸੀਂ ਛੋਟੇ ਹੁੰਦੇ ਸਕੂਲਾਂ 'ਚ ਪੜ੍ਹਿਆ ਕਿ ਦੀਵਾਲੀ ਦਾ ਤਿਉਹਾਰ ਹੈ, ਇਸ ਦਿਨ ਲੋਕ ਦੀਵੇ ਜਗਾਉਂਦੇ, ਘਰਾਂ ਦੀ ਸਫਾਈ ਕਰਦੇ ਆ, ਫਿਰ ਬੂਹੇ ਖੁੱਲ੍ਹੇ ਰੱਖਦੇ ਆ, ਬਹੁਤ ਚੰਗੇ ਕੰਮ ਗਿਣਾ ਕੇ ਆਖਰ 'ਚ ਅਸੀਂ ਲਿਖ ਦਿੰਦੇ ਸੀ ਕਿ ਕੁਝ ਲੋਕ ਇਹਨਾਂ ਦਿਨਾਂ 'ਚ ਜੂਏ ਵੀ ਖੇਡਦੇ ਆ, ਗਲਤ ਕੰਮ ਵੀ ਕਰਦੇ, ਸ਼ਰਾਬਾਂ ਵੀ ਪੀਂਦੇ ਆ। ਹੁਣ ਚੋਣ ਇਲੈਕਸ਼ਨ ਜਿਹੜਾ ਹੈਗਾ, ਚੋਣ ਕਮਿਸ਼ਨ ਹੈਗਾ, ਉਹ ਕਹਿੰਦਾ ਕਿ ਵੋਟਾਂ ਦਾ ਤਿਉਹਾਰ ਹੈ, ਆਪਣੇ ਲੋਕ ਉਤਸ਼ਾਹ ਦਿਖਾ ਰਹੇ ਆ। ਫਿਰ ਗੱਲ ਫਿਰ ਉੱਥੇ ਆ ਜਾਂਦੀ ਵੀ ਕੁਝ ਲੋਕ ਇਸ ਤਿਉਹਾਰ ਦੇ ਵਿੱਚ ਗਲਤ ਕੰਮ ਵੀ ਕਰਦੇ ਆ। ਤੁਸੀਂ ਲੋਕਾਂ ਨੂੰ ਸਮਝਾਉਣ ਦੀ ਗੱਲ ਕੀਤੀ ਆ, ਫਿਰ ਲੋਕਾਂ ਨੂੰ ਉਹ ਜਿਹੜੇ ਉਹਨਾਂ ਬਾਰੇ ਕੀ ਸੰਦੇਸ਼ ਆ ਤੁਹਾਡਾ? ਜਿਹੜੇ ਲੋਕ ਫਿਰ ਗਲਤ ਕੰਮ ਹੁੰਦੇ, ਕਿਹੜੇ ਗਲਤ ਕੰਮ ਹੁੰਦੇ ਆ ਤੇ ਉਹਨਾਂ ਨੂੰ ਕਿੱਦਾਂ ਲੋਕਾਂ ਨੂੰ ਸਮਝਣਾ ਚਾਹੀਦਾ? ਦੇਖੋ, ਲੋਕਾਂ ਨੂੰ ਬਿਲਕੁਲ ਇਹ ਗੱਲ ਸੋਚ ਲੈਣੀ ਚਾਹੀਦੀ ਆ ਕਿ ਜਦੋਂ ਮੈਂ ਸੁਧਰ ਗਿਆ ਉਦੋਂ ਪੰਜਾਬ ਨੇ ਸੁਧਰਨਾ। ਤੁਸੀਂ ਬਿਲਕੁਲ ਨਿਰੋਲ ਹੋ ਕੇ ਸਮੁੱਚੇ ਪੰਜਾਬ ਵਾਸਤੇ ਕੰਮ ਕਰੋ, ਤੁਹਾਡਾ ਭਲਾ ਆਪਣੇ ਆਪੇ ਹੋ ਜਾਣਾ। ਤੁਸੀਂ ਅੱਜ 100 ਰੁਪਏ ਦੇ ਲਾਲਚ ਪਿੱਛੇ ਜਾਂ 500 ਰੁਪਏ ਦੇ ਲਾਲਚ ਪਿੱਛੇ ਇਹ ਸਮਝ ਲਓ ਕਿ ਪੂਰੇ ਪੰਜਾਬ ਦਾ ਘਾਣ ਕਰ ਰਹੇ ਆ। ਤੁਸੀਂ ਉਹਨਾਂ ਗੁਰੂ ਸਾਹਿਬਾਨਾਂ ਦੇ ਬਚਨਾਂ ਦਾ ਵੀ ਉਲੰਘਣਾ ਕਰਕੇ ਪਾਪਾਂ ਦੇ ਭਾਗੀ ਬਣ ਰਹੇ ਆ, ਨਰਕਾਂ ਦੇ ਤੁਸੀਂ ਭਾਗੀ ਬਣ ਰਹੇ ਆ। ਜਦੋਂ ਤੁਸੀਂ ਸਮੁੱਚੇ, ਕਿਉਂਕਿ ਅਰਦਾਸ ਵਿੱਚ ਤਾਂ ਅਸੀਂ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਉਦੋਂ ਹੀ ਹੋਣਾ ਜਦੋਂ ਤੁਸੀਂ ਸਵਾਰਥ ਛੱਡਣਾ। ਔਰ ਇਹ ਵੀ ਮੈਂ ਗਰੰਟੀ ਕਰਦਾ ਹੈ ਕਿ ਜੇ ਤੁਸੀਂ ਇਹ 100 ਦਾ ਲਾਲਚ ਛੱਡ ਜੂਗੇ ਤੁਹਾਨੂੰ ਲੱਖਾਂ ਰੁਪਏ ਮਿਲਣੇ, ਲੱਖਾਂ ਦੇ ਆ ਤੁਹਾਨੂੰ ਇੱਕ ਵਧੀਆ ਮਾਹੌਲ ਮਿਲਣਾ ਹੈ, ਤੁਹਾਡੇ ਬੱਚਿਆਂ ਨੂੰ ਮਿਲਣਾ ਹੈ। ਸੋ ਇਹ ਛੋਟੇ ਲਾਲਚ ਛੱਡ ਕੇ ਵੋਟਰਾਂ ਨੂੰ ਮੇਰੀ ਬੇਨਤੀ ਆ, ਇੱਕ ਤਾਂ ਉਹ ਬੰਦੇ ਨੂੰ ਚੁਣੋ ਜਿਹਦਾ ਤੁਹਾਡਾ ਮਨ ਕਹਿੰਦਾ ਹੈ। ਇੱਕ ਤੁਸੀਂ ਨਿਰਪੱਖ ਹੋ ਕੇ ਜੇ ਤੁਹਾਨੂੰ ਕੋਈ ਕੁਛ ਦੇਣ ਵੀ ਆਉਂਦਾ ਲਾਲਚ, ਉਹਨੂੰ ਕਹੇ ਮੈਂ ਨਹੀਂ ਲੈਣਾ, ਲੇਕਿਨ ਜਿਹੜੇ ਕਾਨੂੰਨ ਬਣੇ ਹੋਏ ਆ ਤੂੰ ਜਿੱਤਿਆ ਖੁਸ਼ ਹੋ ਕੇ, ਉਹਦੇ ਬਾਅਦ ਫਿਰ ਮੈਂ ਤੈਨੂੰ ਕੰਮ ਦੱਸੂਗਾ ਆਹ ਕਰਨੇ ਆ। ਜਦੋਂ ਤੁਸੀਂ ਕਾਣੇ ਹੋਏ ਆ, ਜਦੋਂ ਤੁਸੀਂ 100 ਰੁਪਈਆ ਲੈ ਕੇ ਆ ਸ਼ਰਾਬ ਲੈ ਕੇ ਉਹਨੂੰ ਵੋਟ ਪਾਉਣੀ ਆ, ਉਦੋਂ ਬਾਅਦ ਥੋੜਾ ਹਜ਼ਾਰਾਂ ਦਾ ਕੰਮ ਉਹਨੇ ਨਹੀਂ ਕਰਨਾ, ਉਹਨੇ ਵੀ ਠੋਕ ਕੇ ਕਹਿਣਾ ਵੀ ਮੈਨੂੰ ਕਹਿਣੇ ਦੀ ਲੋੜ ਨਹੀਂ ਹੈਗੀ ਕਿਉਂਕਿ ਤੂੰ ਕੋਈ ਧਰਮਰਾਜ ਨਹੀਂ ਹੈਗਾ, ਤੈਂ ਮੇਰੇ ਤੇ ਪੈਸੇ ਲੈ ਕੇ ਵੋਟ ਪਾਈ ਤੀ, ਹੁਣ 5 ਸਾਲ ਅੱਖ ਨੀਵੀਂ ਕਰਕੇ ਮੇਰੇ ਕੋਲੋਂ ਲੰਘਣਾ। ਜੇ ਤੁਸੀਂ ਸ਼ਰਮਸ਼ਾਰ ਹੋ ਕੇ ਲੰਘਣਾ 5 ਸਾਲ, ਫਿਰ ਹੁਣ ਲੈ ਲਓ। ਜੇ ਤੁਸੀਂ 5 ਸਾਲ ਆਕੜ ਕੇ ਕੰਮ ਕਰਾਉਣਾ ਹੈ, ਰੱਬ ਬਣ ਕੇ ਕੰਮ ਕਰਾਉਣਾ ਹੈ, ਮਾਲਕ ਬਣ ਕੇ ਕੰਮ ਕਰਾਉਣਾ ਹੈ, ਫਿਰ ਤੁਸੀਂ ਅੱਜ ਨੌਕਰ ਨਾ ਬਣੋ, ਅੱਜ ਵੀ ਮਾਲਕ ਬਣੋ ਤੇ ਕਿਸੇ ਤੋਂ ਕੁਛ ਨਾ ਲਓ। ਉਹਨੂੰ ਸਗੋਂ ਕੈਂਡੀਡੇਟ ਨੂੰ ਕਹੋ ਵੀ ਜੇ ਤਾਂ ਚਾਹ ਵੀ ਪੀਣੀ ਆ ਮੈਂ ਤੈਨੂੰ ਪਿਲਾਊਂਗਾ, ਮੈਂ ਤੇ ਤੋਂ ਚਾਹ ਨਹੀਂ ਪੀਣੀ ਹੈਗੀ, ਲੇਕਿਨ ਬਾਅਦ ਵਿੱਚ ਤੈਂ ਜਿਹੜੇ ਦੱਸੇ ਹੋਏ ਕੰਮ ਆ ਉਹ ਕਰਨੇ ਆ। ਲੋਕਾਂ ਨੂੰ ਕੰਮਾਂ ਪ੍ਰਤੀ ਜਾਗਰੂਕ ਹੋਣਾ ਪਊਗਾ ਤੇ ਆਪ ਲਾਲਚ ਛੱਡਣਾ ਪਊਗਾ, ਨਹੀਂ ਤਾਂ ਜਿਹੜੇ ਕੁਛ ਲਾਲਚੀ ਲੋਕ ਆ ਉਹ ਸਾਰੇ ਲੋਕਾਂ ਦਾ ਘਾਣ ਕਰ ਰਹੇ ਹੋ, ਪੰਜਾਬ ਦਾ ਪੱਠਾ ਬਿਠਾਲ ਰਹੇ ਆ। ਵੱਖ-ਵੱਖ ਅਸੀਂ ਸਮੇਂ ਦੇ ਉੱਤੇ ਵੱਖ-ਵੱਖ ਸਮਾਜਿਕ ਬੁਰਾਈਆਂ ਦੀਆਂ ਅਸੀਂ ਗੱਲਾਂ ਕਰਦੇ ਹਾਂ। ਜਦੋਂ ਚੋਣਾਂ ਦੇ ਦਿਨ ਦੀ ਗੱਲ ਚੱਲਦੀ ਹੈ ਤਾਂ ਪਿਛਲੇ ਸਮੇਂ ਦੌਰਾਨ ਦੇਖੀਏ ਤਾਂ ਬੂਥ ਕੈਪਚਰਿੰਗ ਅੱਜ ਦੇ ਦਿਨ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਇੱਦਾਂ ਦੀ ਹੁੰਦੀਆਂ, ਲੋਕ ਇੱਟਾਂ ਰੋੜੇ ਪੱਥਰ ਬਹੁਤ ਕੁਝ ਚੱਲਦਾ ਹੈ। ਤਾਂ ਕੀ ਲੱਗਦਾ ਤੁਹਾਨੂੰ ਇੱਕ ਸੂਝਵਾਨ ਵੋਟਰ ਜਿਹੜਾ ਹੈਗਾ ਵੋਟ ਪਾ ਕੇ ਆਪਣੇ ਘਰੇ ਚੱਲ ਜਾਵੇ ਜਾਂ ਫਿਰ ਉੱਥੇ ਖੜਾ ਰਹਿ ਕੇ ਆਪਣੇ ਹੱਕਾਂ ਦੀ ਰਾਖੀ ਵੀ ਕਰੇ, ਜਾਂ ਫਿਰ ਇਹ ਸਮਾਜਿਕ ਬੁਰਾਈਆਂ ਨੂੰ ਕਿੱਦਾਂ ਖਤਮ ਕੀਤਾ ਜਾ ਸਕਦਾ, ਇਹਦੇ ਬਾਰੇ ਕੀ ਦੇਖਦੇ? ਦੇਖੋ, ਪਹਿਲਾਂ ਤਾਂ ਜਿਹੜੇ ਪੋਲਿੰਗ ਬੂਥ ਬਾਹਰ ਲੱਗੇ ਹੋਏ ਆ, ਜੋ ਚੋਣ ਕਮਿਸ਼ਨਰ, ਤੁਸੀਂ ਹੁਣ ਕਹਿੰਦੇ ਨੇ ਵੀ ਚੋਣ ਕਮਿਸ਼ਨਰ ਬਹੁਤ ਇਹ ਗੱਲ ਦੀ ਗੌਰ ਕਰਦਾ ਹੈ, ਪਰ ਇਹ ਵੀ ਆਪਣੀਆਂ ਉਲੰਘਣਾ ਆਪ ਕਰਦੇ ਆ। ਚੋਣ ਕਮਿਸ਼ਨ ਤੋਂ ਤੁਸੀਂ ਕਢਾ ਕੇ ਦੇਖੋ,
ਉੱਥੇ ਹੈਗਾ ਕਿ ਇੱਕ ਟੇਬਲ ਉਹਦੇ ਵਿੱਚ 2x3 ਦਾ ਬੈਨਰ ਲਾ ਸਕਦੇ ਆ ਤੇ 2 ਕੁਰਸੀਆਂ ਹੋਣੀਆਂ ਚਾਹੀਦੀਆਂ। ਕੋਈ ਸ਼ਾਮਿਆਨਾ ਨਹੀਂ ਲਾ ਸਕਦਾ। ਇਹ ਇਹਨਾਂ ਦਾ ਪ੍ਰੋਟੋਕੋਲ ਆ ਚੋਣ ਕਮਿਸ਼ਨਰ ਦਾ। ਮਤਲਬ ਕਿ 30 ਬੰਦਾ ਨਹੀਂ ਉੱਥੇ ਬੈਠਣਾ ਚਾਹੀਦਾ। ਪਹਿਲਾਂ ਤਾਂ ਇਹੀ ਗਲਤ ਆ। ਹੁਣ ਤੁਸੀਂ ਜਾ ਕੇ ਇਹਦੇ ਬਾਅਦ ਜਾ ਕੇ ਦੇਖ ਲਿਓ ਕਰਕੇ, ਉੱਥੇ 25 ਘੜਾਮ ਚੌਧਰੀ ਬੈਠੇ ਆ ਇੱਕ ਸੀਟ ਦੇ ਉੱਪਰ। ਜਦ ਕਿ ਤੁਸੀਂ ਹੁਣ ਚਲੇ ਜਾਓ ਚੋਣ ਕਮਿਸ਼ਨ ਦਫ਼ਤਰ ਤੋਂ ਬਚਾ ਕੇ ਤੇ ਤੁਸੀਂ ਜਾ ਕੇ ਲਿਆਓ, ਉਹਦੇ ਵਿੱਚ ਇੱਕ ਛੋਟਾ ਟੇਬਲ ਆ 2x3 ਦਾ, 2x3 ਦਾ ਬੈਨਰ ਲਾ ਸਕਦੇ ਆ, 2 ਕੁਰਸੀਆਂ। ਸ਼ਾਮਿਆਨਾ ਨਹੀਂ ਲਾ ਸਕਦੇ। 30 ਬੰਦਾ ਨਹੀਂ ਹੋ ਸਕਦਾ ਉੱਥੇ ਖੜਾ। ਉਹ ਹੁਣ ਉਹੀ ਉੱਥੇ ਹੋ ਰਿਹਾ। ਇਹ ਚੋਣ ਕਮਿਸ਼ਨਰ ਆਪਣੀਆਂ ਹੀ ਜਿਹੜੇ ਹੈਗੇ ਆ ਕਾਇਦੇ ਕਾਨੂੰਨ ਉਹਦੀ ਉਲੰਘਣਾ ਕਰ ਰਿਹਾ ਤੇ ਪੁਲਿਸ ਵਾਲੇ ਉੱਥੇ ਖੜੇ ਆ। ਜੋ ਇਹਨਾਂ ਨੇ ਤੁਸੀਂ ਅੱਜ ਆਪ ਜਾ ਕੇ ਦੇਖਿਓ ਤੋਂ ਬਾਅਦ ਜਿਹੜੀ ਇਹਨਾਂ ਦੀ ਤੈਅ ਆ ਦੂਰੀ ਪੋਲਿੰਗ ਬੂਥ ਤੋਂ ਜਿੱਥੇ ਵੋਟਾਂ ਪੈਣੀਆਂ ਉਹ ਵੀ ਕੋਈ ਪੂਰੀ ਨਹੀਂ ਕਰ ਰਿਹਾ ਹੈਗਾ। ਤੇ ਇਹ ਜੇ ਆਪ ਨਹੀਂ ਕਰੂੰਗੇ ਤਾਂ ਉੱਥੇ ਜਿਹੜੇ ਘੜਮ ਚੌਧਰੀ ਆ ਉਹ ਵੀ ਕਿਤੇ ਨਾ ਕਿਤੇ ਵੋਟਰ ਨੂੰ ਬਗਲਾਉਂਦੇ ਆ। ਅੱਛਾ, ਜਿਹੜੇ ਵੋਟਰਾਂ ਜਿਹੜੇ ਖੜੇ ਆ ਸਾਡੇ ਘੜਮ ਚੌਧਰੀ ਉੱਥੇ ਉਹ ਵੀ ਆਏ ਗਏ ਲੱਖ ਮਿਲਾਉਂਦੇ ਆ, ਹਾਂ ਬਈ ਤੂੰ ਇੱਧਰ ਨੂੰ ਆ। ਪਰ ਇਹ ਹੁੰਦਾ ਤਾਂ ਹੈ ਨਾ, ਜੇ ਇੱਕ ਵੋਟਰ ਸੂਝਵਾਨ ਨਹੀਂ ਹੈਗਾ, ਇੱਕ ਵੋਟਰ ਆਪਣੇ ਫਰਜ਼ ਨਹੀਂ ਸਮਝਦਾ, ਜੇ ਲੋਕ ਚਾਹਣ ਤੁਹਾਨੂੰ ਨਹੀਂ ਲੱਗਦਾ ਕਿ ਫਿਰ ਇਹੋ ਜਿਹਾ ਕੁਝ ਨਹੀਂ ਹੋ ਸਕਦਾ? ਲੋਕ ਜਾਂਦੇ ਆਪਣੀ ਵੋਟ ਪਾ ਕੇ ਘਰ ਆ ਜਾਂਦੇ, ਉੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹਨਾਂ ਚੀਜ਼ਾਂ ਦਾ ਕਿਸੇ ਨੂੰ ਫਰਕ ਹੀ ਨਹੀਂ ਪੈਂਦਾ। ਇਹ ਚੀਜ਼ਾਂ ਹੁੰਦੀਆਂ ਹੀ ਤਾਂ ਹੈ ਜੇ ਹਰ ਬੰਦਾ ਸਿਆਣਾ ਨਹੀਂ ਹੈ। ਜੇ ਲੋਕ ਚਾਹਣ ਤਾਂ ਇਦਾਂ ਦਾ ਕੁਝ ਨਹੀਂ ਹੋ ਸਕਦਾ। ਨਹੀਂ, ਉਹ ਮੈਂ ਪਹਿਲਾਂ ਕਿਹਾ ਕਿ ਵੋਟਰ ਅਜੇ ਨਹੀਂ ਅਵੇਅਰ ਹੈਗਾ। ਅਜੇ ਬੜਾ ਸਮਾਂ ਲੱਗਣਾ ਹੈਗਾ। ਜੋ ਮਰਜ਼ੀ ਕਹੀ ਜਾਓ ਕਿ ਪੜ੍ਹ ਗਿਆ ਲਿਖ ਗਿਆ, ਕਿਉਂਕਿ ਜਦੋਂ ਲੋਭ ਲਾਲਚ ਆ ਗਿਆ ਨਾ, ਗੁਰੂ ਸਾਹਿਬ ਕਹਿੰਦੇ ਪੜ੍ਹਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਹੰਕਾਰਾ। ਜਿਹਦੇ 'ਚ ਲੋਭ ਹੈਗਾ, ਜਿਹਦੇ 'ਚ ਹੰਕਾਰ ਹੈਗਾ, ਉਹ ਪੜ੍ਹਿਆ ਹੋਇਆ ਮੂਰਖ ਆ। ਅਸੀਂ ਇਹ ਨਹੀਂ ਕਹਿ ਸਕਦੇ ਕਿ ਲੋਕ ਪੜ੍ਹ ਗਏ ਜਦੋਂ ਤੱਕ ਗਿਆਨਵਾਨ ਨਹੀਂ ਹੁੰਦੇ। ਪੜ੍ਹਨਾ ਹੋਰ ਚੀਜ਼ ਆ, ਕਲਾਸਾਂ ਪੜ੍ਹਨੀਆਂ ਅਲੱਗ ਚੀਜ਼ ਆ, ਕਿਤਾਬਾਂ ਪੜ੍ਹਨੀਆਂ ਅਲੱਗ ਚੀਜ਼ ਆ। ਇੱਥੇ ਕਲਾਸਾਂ ਪੜ੍ਹੇ ਵੇ ਵਾਲੇ ਕਿਤਾਬਾਂ ਵਾਲੇ ਘੱਟ ਆ ਵਿਚਾਰੇ, ਅਜੇ ਅਵੇਅਰ ਨਹੀਂ ਹੈਗੇ। ਜੇ ਉਹ ਅਵੇਅਰ ਹੋ ਗਏ ਫਿਰ ਤਾਂ ਉਹ ਕਿਸੇ ਦੀ ਪਰਵਾਹ ਨਾ ਕਰਨ। ਫਿਰ ਤਾਂ ਦੇਖੋ ਡੁੱਬੀ ਦਾ ਤਾਂ ਜਾਂ ਸਾਹ ਨਾ ਆਇਆ। ਜੇ ਉਹ ਸੁਧਰ ਗਏ ਫਿਰ ਇਹਨਾਂ ਨੂੰ ਸੁਧਰਨ ਨੂੰ ਟਾਈਮ ਨਹੀਂ ਲੱਗਣਾ ਹੈਗਾ। ਸੋ ਅੱਜ ਦਾ ਚਲੋ ਜੋ ਮਾਹੌਲ ਆਇਆ ਕਿ ਆਪਣੀ ਵੋਟ ਪਾਓ, ਚੁੱਪ ਚਪੀਤੇ ਆਪਣੇ ਘਰ ਜਾਓ, ਕਿਸੇ ਦੇ ਬਹਿਕਾਵੇ ਵਿੱਚ ਵੋਟ ਨਾ ਪਾਓ, ਕਿਸੇ ਦੇ ਲਾਲਚ ਵਿੱਚ ਨਾ ਪਾਓ। ਮੈਂ ਕਹਿੰਦਾ ਫੋਨ ਕਰਕੇ ਵੀ ਇਹ ਪੁੱਛਣਾ ਗਲਤ ਆਪਣੇ ਦੋਸਤ ਮਿੱਤਰ ਨੂੰ ਵੀ ਕਿੱਧਰ ਪਾਈਏ, ਉਹ ਵੀ ਗਲਤ ਆ। ਕਿਉਂਕਿ ਤੁਸੀਂ ਮਤ ਦਾ ਦਾਨ ਕਰਨਾ ਹੈਗਾ। ਮੇਰਾ ਖਿਆਲ ਹੈ ਕਿ ਚੁੱਪ ਚਪੀਤੇ ਜਾ ਕੇ ਕਰੋ ਤੇ ਘਰ ਆਵੋ। ਤੇ ਚੋਣ ਕਮਿਸ਼ਨ ਨੂੰ ਵੀ ਮੈਂ ਬੇਨਤੀ ਕਰਦਾ ਵੀ ਜਿਹੜੇ ਤੁਹਾਡੇ ਆਪਣੇ ਬਣਾਏ ਹੋਏ ਕਾਇਦੇ ਕਾਨੂੰਨ ਆ ਉਹ ਤਾਂ ਲਾਗੂ ਕਰਾ ਦਿਓ। ਉੱਥੇ ਠਾਲੋ ਜਿਹੜੇ ਉੱਥੇ 20 ਬੈਠੇ ਆ ਕੁਰਸੀਆਂ ਡਾਈ, ਉਹਨਾਂ ਦਾ ਕੀ ਮਤਲਬ ਆ? ਜਾਂ ਤੁਹਾਡਾ ਹੀ ਇੱਕ ਦਾਇਰਾ ਕਹਿੰਦਾ ਹੈਗਾ। ਸੋ ਇਹ ਮੇਰੀ ਬੇਨਤੀ ਆ ਵੋਟਰਾਂ ਨੂੰ ਫਿਰ ਇੱਕ ਵਾਰੀ ਕਿ ਭਾਈ ਬਿਨਾਂ ਲਾਲਚ ਤੋਂ, ਬਿਨਾਂ ਬਹਿਕਾਵੇ ਤੋਂ, ਬਿਨਾਂ ਇਸ ਗੱਲ ਤੋਂ ਕਿ ਕੌਣ ਜਿੱਤੇ ਰਿਹਾ ਕੌਣ ਹਾਰ ਰਿਹਾ, ਇਹ ਤੁਹਾਡਾ ਮਤਲਬ ਨਹੀਂ ਹੈਗਾ। ਤੁਸੀਂ ਉਹਨੂੰ ਵੋਟ ਪਾਓ ਜਿਹਨੂੰ ਤੁਹਾਡਾ ਮਨ ਕਹਿੰਦਾ ਹੈ, ਜਿਹਨੂੰ ਤੁਸੀਂ ਗੁਣਵਾਨ ਗਿਣਦੇ ਆ। ਤੇ ਜਦੋਂ ਜਿੱਤ ਗਏ ਫਿਰ ਡੰਡਾ ਲੈ ਕੇ ਖੜ ਜਾਓ, ਲੋਕਾਂ ਤੋਂ ਇਹਨਾਂ ਤੋਂ ਕੰਮ ਕਰਾਓ ਤਾਂ ਚੰਗਾ ਪੰਜਾਬ ਤਾਂ ਹੀ ਸਿਰਜਾਉਣਾ ਹੈਗਾ। ਨਹੀਂ ਤਾਂ ਇਹੀ ਕਿਹੜੀ ਕੁਲਦੀ ਰਹਿਣੀ ਆ। ਹਰ 5 ਸਾਲਾਂ ਬਾਅਦ ਇੱਕ ਮਰਿਆ ਵਾ ਸੱਪ ਤੁਹਾਡੇ ਗਲ ਵਿੱਚ ਪੈ ਜਾਣਾ ਹੈ। 5 ਸਾਲ ਉਹਨੂੰ ਚੱਕੀ ਫਿਰੀ ਜਾਓ, ਅਗਲੀ ਵਾਰੀ ਇੱਕ ਮਰਿਆ ਵਾ ਸੱਪ ਹੋਰ ਪੈ ਜਾਣਾ ਹੈਗਾ। ਸੋ ਤੁਹਾਨੂੰ ਹੁਣ ਦੇਖਣਾ ਪੈਣਾ ਵੀ ਸੱਪ ਜਿਉਂਦਾ ਕਿਹੜਾ ਹੈ ਤੇ ਉਹਤੇ ਕਿਵੇਂ ਕੰਮ ਲੈਣਾ ਹੈਗਾ। ਬਿਲਕੁਲ। ਸੋ ਪੰਜਾਬ ਦੇ ਵੋਟਰਾਂ ਨੂੰ ਜਿਹੜੀ ਹੈਗੀ ਅਪੀਲ ਹੈ, ਕਿਉਂਕਿ ਚੋਣਾਂ ਦਾ ਅੱਜ ਦਿਨ ਆ, ਅਸੀਂ ਵੀ ਪੰਜਾਬੀ ਲੋਕ ਚੈਨਲ ਦੇ ਵੱਲੋਂ ਇਹ ਅਪੀਲ ਕਰਦੇ ਹਾਂ ਕਿ ਆਪਣੇ ਵੋਟ ਦਾ ਜਿਹੜਾ ਹੈਗਾ ਇਸਤੇਮਾਲ ਕਰੋ, ਸੋਚ ਸਮਝ ਕੇ ਕਰੋ। ਆਪਣੀ ਮਤ ਦਾ ਦਾਨ ਕਰਦੇ ਹੋ ਤਾਂ ਬਿਲਕੁਲ ਆਪਣੇ 5 ਸਾਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਰੋ, ਕਿਉਂਕਿ ਅੱਜ ਦਾ ਇੱਕ ਦਿਨ ਆਉਣ ਵਾਲੇ ਤੁਹਾਡੇ 1800 ਤੋਂ ਵੱਧ 5 ਸਾਲਾਂ ਦੇ ਵਿੱਚ 1800 ਤੋਂ ਵੱਧ ਦਿਨਾਂ ਦੇ ਲਈ ਜਿਹੜਾ ਤੁਸੀਂ ਅੱਜ ਮਤਦਾਨ ਕਰ ਰਹੇ ਹੋ, ਇਹ ਬਹੁਤ ਜ਼ਰੂਰੀ ਦਿਨ ਹੈ। ਸੋ ਸੋਚ ਸਮਝ ਕੇ ਮਤਦਾਨ ਕਰੋ, ਕਿਉਂਕਿ ਸਾਡਾ ਕੰਮ ਹੈ ਤੁਹਾਡੇ ਤੱਕ ਖਬਰਾਂ ਲੈ ਕੇ ਆਉਣੀਆਂ। ਪਰ ਜਦੋਂ 5 ਸਾਲਾਂ ਦੇ ਵਿੱਚ ਮੰਦਭਾਗੀਆਂ ਖਬਰਾਂ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਤਾਂ ਸਾਨੂੰ ਵੀ ਉਹ ਖਬਰ ਦਿਖਾਉਂਦਿਆਂ ਹੋਇਆ ਦਰਦ ਹੁੰਦਾ। ਜਦੋਂ ਅਧਿਆਪਕਾਂ ਦੇ ਲਾਠੀਆਂ ਵਰਦੀਆਂ ਨੇ, ਲੋਕ ਧਰਨੇ ਦਿੰਦੇ ਆ, ਕਿਸੇ ਦਾ ਪੁੱਤ ਜਿਹੜਾ ਹੈਗਾ ਉਹ ਰੁਜ਼ਗਾਰ ਨਹੀਂ ਉਹਨੂੰ ਮਿਲਦਾ, ਉਹਦੇ ਦੁੱਖੋਂ ਜਾਂਦਾ ਜਾਂ ਕੋਈ ਕਰਜ਼ੇ ਦੀ ਮਾਰ ਨਾਲ ਜਾਂਦਾ, ਅਜਿਹੀਆਂ ਖਬਰਾਂ ਸਾਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਾ ਦਿਖਾਉਣੀਆਂ ਪੈਣ, ਅਸੀਂ ਵੀ ਇਹ ਕਾਮਨਾ ਕਰਦੇ ਹਾਂ। ਸੋ ਅੱਜ ਦਾ ਦਿਨ ਜਿਹੜਾ ਹੈਗਾ ਸਵੇਰੇ 8 ਵਜੇ ਤੋਂ ਲੈ ਕੇ 6 ਵਜੇ ਤੱਕ ਵੋਟਿੰਗ ਹੋਣੀ ਆ। ਸੋ ਇਹ ਦਿਨ ਸੁੱਖ ਸ਼ਾਂਤੀ ਦੇ ਨਾਲ ਚੰਗੀ ਤਰ੍ਹਾਂ ਲੰਘੇ। ਸਾਰਿਆਂ ਦਾ ਸਾਡਾ ਇਹ ਫਰਜ਼ ਬਣਦਾ ਕਿ ਚੰਗੀ ਤਰ੍ਹਾਂ ਅਨੁਸ਼ਾਸਨ ਦੇ ਵਿੱਚ ਰਹਿ ਕੇ ਅਸੀਂ ਮਤਦਾਨ ਕਰੀਏ। ਸੋ ਪਿਛਲੇ ਦਿਨਾਂ ਦੇ ਦੌਰਾਨ ਬਹੁਤ ਸਾਰੇ ਲੋਕ ਜਿਹੜੇ ਚੋਣਾਂ ਦੇ ਵਿੱਚ ਲੋਕਾਂ ਨੂੰ ਇਹੀ ਸੰਦੇਸ਼ ਦਿੰਦੇ ਰਹੇ ਤੇ ਸੰਦੇਸ਼ ਦਿੰਦਿਆਂ ਵਿੱਚੋਂ ਦੀਪ ਸਿੱਧੂ ਹੋਰੀ ਆਪਣੀ ਜਿਹੜੀ ਹੈਗੀ ਆ ਜਾਨ ਵੀ ਗਵਾ ਗਏ। ਉਹਨਾਂ ਨੂੰ ਵੀ ਅਸੀਂ ਪੰਜਾਬੀ ਲੋਕ ਚੈਨਲ ਵੱਲੋਂ ਸ਼ਰਧਾਂਜਲੀ ਭੇਟ ਕਰਦੇ ਹਾਂ ਤੇ ਦੁਬਾਰਾ ਕਾਮਨਾ ਕਰਦੇ ਹਾਂ ਕਿ ਜਿਹੜਾ ਇਹ ਦਿਨ ਹੈਗਾ ਇਹ ਵਧੀਆ ਤਰੀਕੇ ਨਾਲ ਗੁਜ਼ਰੇ। ਹਰ ਬੰਦਾ ਆਪਣੀ ਚੋਣ ਜਿਹੜੀ ਹੈਗੀ ਆ ਉਹ ਕਰ ਸਕੇ, ਆਪਣਾ ਮਤਦਾਨ ਕਰੇ ਤਾਂ ਕਿ ਪੰਜਾਬ ਦੇ ਵਿੱਚ ਆਉਣ ਵਾਲੇ 5 ਸਾਲ ਸੁਖਾਲੇ ਹੋ ਸਕਣ। ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ, ਰੋਪੜ।